ब्रेक तो बाद एक बार फिर तो स्वागत है। मेरा साथ दे रहे ने अजीत सिंह जी, सीपी सिंह जी ਤੇ ਸਬਦੀਸ਼ ਜੀ। ਗੱਲਬਾਤ ਕਰਾਂਗੇ ਯੂਪੀ ਦੀ ਰਾਜਨੀਤੀ ਤੇ। ਜਿੱਦਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਤੇ ਵੋਟਾਂ ਪੈ ਚੁੱਕੀਆਂ ਨੇ, ਪਰ ਇੰਡੀਆ ਦਾ ਮੋਸਟ ਇੰਪੋਰਟੈਂਟ ਸਟੇਟ ਯੂਪੀ, ਜਿਹਨੂੰ ਕਿ ਭਾਰਤ ਦੀ ਰਾਜਨੀਤੀ ਦਾ ਤੁਸੀਂ ਦਿਲ ਵੀ ਕਹਿ ਸਕਦੇ ਜੋ, ਮੌਜੂਦਾ ਸਰਕਾਰ बीजेपी या फिर मोदी गवर्नमेंट वास्ते काफी इंपॉर्टेंट है कि यूपी ज्यादा तो ज्यादा सीटां जित्तियां जा सकन। नोटबंदी तो बाद एक टेस्ट भी आ सेमीफाइनल वांगू भी वेख्या जा रहा वा 2019 तो 19 ਨੂੰ ਲੈ ਕੇ। ਦੂਜੇ ਪਾਸੇ ਕਾਂਗਰਸ ਅਤੇ समाजवादी पार्टी ने भी एक वधिया चाल चली आ। राहुल गांधी ने अखिलेश यादव जो कि हुण यूपी के सीएम ने, दोवां ने गठजोड़ करके यूपी का चुनाव लड़न की गल की आ। अखिलेश यादव कॉन्फिडेंट सी कि जे समाजवादी पार्टी कली भी चुनाव लड़ती है ता भी बहुमत आ जाऊगी, पर कांग्रेस ना मिलकर 300 तो ज्यादा सीटां जितन का दावा कर रही है। समाजवादी पार्टी ते कांग्रेस का गठजोड़ एक होर इंपॉर्टेंट पॉइंट आ जिस हिसाब नाल मैं इस गठजोड़ ਨੂੰ देख रहा वां। कांग्रेस वास्ते यूपी दी इलेक्शन भावें 105 सीटां ते चुनाव लड़िया जा रहा वा, पर किते ना किते कांग्रेस वास्ते 2019 दे इलेक्शन ਨੂੰ ਲੈ ਕੇ आ गठजोड़ काफी ज्यादा इंपॉर्टेंट होऊगा। इस गठ 2019 ਦੇ ਇਲੈਕਸ਼ਨ ਨੂੰ ਲੈ ਕੇ ਦੋਵਾਂ ਲੀਡਰਾਂ ਦੁਆਰਾ ਕੋਈ ਗੱਲਬਾਤ ਤੇ ਨਹੀਂ ਕੀਤੀ ਜਾ ਰਹੀ, ਪਰ ਕਈ ਵਾਰ ਪੱਤਰਕਾਰਾਂ ਦੇ ਸਵਾਲ ਪੁੱਛਦੇ ਹੋਏ ਦੋਵਾਂ ਨੇ ਇਹ ਜ਼ਰੂਰ ਦੇ ਦਿੱਤਾ ਵਾ ਕਿ 2019 ਚ बीजेपी ਨੂੰ ਬਾਹਰ ਰੱਖਣ ਵਾਸਤੇ ਇਹ ਗੱਠਜੋੜ ਬਣਿਆ ਰਹੂਗਾ ਤੇ ਨਾਲ ਇਕੱਠਾ ਹੋ ਕੇ ਇਲੈਕਸ਼ਨ ਲੜੂਗਾ। ਸਭ ਤੋਂ ਪਹਿਲਾਂ ਯੂਪੀ ਇਲੈਕਸ਼ਨ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਸਬਦੀਪ ਜੀ, ਤੁਹਾਡੇ ਤੋਂ ਸ਼ੁਰੂ ਕਰਦਾ ਵਾਂ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਾਫੀ ਇੰਪੋਰਟੈਂਟ ਇਲੈਕਸ਼ਨ ਆ। 11 ਮਾਰਚ ਨੂੰ ਪੰਜਾਬ ਦੇ ਨਾਲ ਹੀ ਯੂਪੀ ਦਾ ਵੀ ਰਿਜ਼ਲਟ ਆਉਣਾ ਵਾ। ਕਿ ਤੁਸੀਂ ਵੀ ਜਿੱਦਾਂ ਕਿ ਦੂਜੇ ਐਨਾਲਿਸਟ ਜਾਂ ਮੀਡੀਆ ਚੈਨਲ ਇਹਨੂੰ 2019 ਦਾ ਸੈਮੀਫਾਈਨਲ ਮੰਨ ਰਹੇ ਆ ਜਾਂ ਫਿਰ ਨੋਟਬੰਦੀ ਦਾ ਇੱਕ ਟੈਸਟ ਮੰਨ ਰਹੇ ਆ ਕਿ ਯੂਪੀ ਦੀ ਜਨਤਾ ਜਾਂ ਇੰਡੀਆ ਦੀ ਜਨਤਾ ਨੋਟਬੰਦੀ ਦਾ ਜੋ ਪ੍ਰਧਾਨ ਮੰਤਰੀ ਦਾ ਫੈਸਲਾ ਸੀ ਉਹਨੂੰ ਐਕਸੈਪਟ ਕਰਦੀ ਆ ਜਾਂ ਡਿਕਲਾਈਨ ਕਰਦੀ ਆ, ਉਸ ਫੈਸਲੇ ਨੂੰ ਮਨਜ਼ੂਰ ਕਰਦੀ ਆ ਜਾਂ ਨਾ ਮਨਜ਼ੂਰ ਕਰਦੀ ਆ? ਹਰਪ੍ਰੀਤ ਜੀ, ਜੇ ਅਸੀਂ ਭਾਰਤ ਦੀ ਪੋਲੀਟਿਕਸ ਦੀ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਉਹਦੇ 'ਚ ਇਹ ਨਿਕਲ ਕੇ ਆਉਂਦੀ ਆ ਕਿ ਉੱਤਰੀ ਭਾਰਤ ਸਾਰੇ ਦੇ ਸਾਰੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਡੀਲ ਕਰਦਾ। ਭਾਰਤ ਦੀ ਰਾਜਨੀਤੀ ਉੱਤਰੀ ਭਾਰਤ ਵੱਲੋਂ ਤੈਅ ਕੀਤੀ ਜਾਂਦੀ ਆ। ਜਦੋਂ ਅਸੀਂ ਉੱਤਰੀ ਭਾਰਤ ਦੇ ਵਿੱਚ ਵੀ ਬੈਠ ਕੇ ਗੱਲ ਕਰਦੇ ਹਾਂ ਤਾਂ ਅਸੀਂ ਇਹ ਗੱਲ ਮੰਨ ਕੇ ਚੱਲਦੇ ਹਾਂ ਕਿ ਭਾਰਤ ਦੀ ਰਾਜਨੀਤੀ ਨੂੰ ਉੱਤਰੀ ਭਾਰਤ ਵਿੱਚੋਂ ਵੀ ਤੈਅ ਕਰਨ ਦੇ ਵਿੱਚ ਵੱਡਾ ਰੋਲ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਰਹਿੰਦਾ, ਕਿਉਂਕਿ ਇਹਨਾਂ ਦੋਨਾਂ ਰਾਜਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹੋ ਜਾਂਦੀਆਂ ਨੇ, ਸੀਟਾਂ ਦੇ ਲਿਹਾਜ਼ ਨਾਲ ਵੀ ਤੇ ਉਸ ਪਰੰਪਰਾ ਦੇ ਲਿਹਾਜ਼ ਨਾਲ ਵੀ, ਜਿਹੜੀ ਪਰੰਪਰਾ ਨੂੰ ਦੇਸ਼ ਦੇ ਵਿੱਚ ਸਾਡੀ ਪੋਲੀਟਿਕਸ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਉਭਾਰਨਾ ਚਾਹੁੰਦੀ ਹੈ ਜਾਂ ਸਥਾਪਿਤ ਕਰਨਾ ਚਾਹੁੰਦੀ ਹੈ। ਯੂਪੀ ਦੀ ਚੋਣ ਇਸ ਕਰਕੇ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਚੋਣ ਦੋ ਵੱਡੀਆਂ ਘਟਨਾਵਾਂ ਤੋਂ ਬਾਅਦ ਹੋਣ ਜਾ ਰਹੀ ਹੈ, ਔਰ ਉਹ ਦੋ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਫਾਇਦਾ ਲੈਣ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੂਰੀ ਸਟ੍ਰੈਟਜੀ ਤਿਆਰ ਕਰ ਰੱਖੀ ਸੀ। ਯੂਪੀ ਦੇ ਵਿੱਚ ਸਰਜੀਕਲ ਸਟ੍ਰਾਈਕ ਵੀ ਤੇ ਆਰਥਿਕ ਸਰਜੀਕਲ ਸਟ੍ਰਾਈਕ ਵੀ, ਜਿਹਨੂੰ ਅਸੀਂ ਨੋਟਬੰਦੀ ਦੇ ਨਾਂ ਨਾਲ ਜਾਣਦੇ ਹਾਂ, ਇਹਨਾਂ ਦੋਨਾਂ ਨੂੰ ਇੱਕ ਮੁੱਦਾ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਮੇਰੀ ਮਾਨਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਪੰਜਾਬ ਦੇ ਵਿੱਚ ਨੋਟਬੰਦੀ ਨੂੰ ਸੈਕੰਡਰੀ ਮੁੱਦਾ ਬਣਾ ਕੇ ਸਰਜੀਕਲ ਸਟ੍ਰਾਈਕ ਨੂੰ ਅਹਿਮੀਅਤ ਦੇਣ ਦਾ ਯਤਨ ਕਰਦੀ ਰਹੀ ਹੈ, ਯੂਪੀ ਦੇ ਵਿੱਚ ਵੀ ਉਹ ਨੋਟਬੰਦੀ ਤੋਂ ਬਚਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਨੋਟਬੰਦੀ ਆਪਣੇ ਆਪ ਦੇ ਵਿੱਚ ਇੱਕ ਫੇਲ ਹੋਈ ਕਾਰਵਾਈ ਸਾਬਤ ਹੋ ਚੁੱਕੀ ਹੈ। ਜਦੋਂ ਮੈਂ ਇਹਨੂੰ ਫੇਲ ਹੋਈ ਕਾਰਵਾਈ ਸਾਬਤ ਕਰਨ ਦੀ ਗੱਲ ਕਰਦਾ ਤਾਂ ਮੈਂ ਬਹੁਤ ਕਲੀਅਰਲੀ ਇਹ ਕਹਿਣ ਦਾ ਯਤਨ ਕਰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ 50 ਦਿਨ ਦੇਸ਼ ਦੇ ਲੋਕਾਂ ਕੋਲੋਂ ਮੰਗੇ ਸੀ, ਔਰ ਅੱਜ ਦੀ ਤਰੀਕ ਦੇ ਤੱਕ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ 50 ਦਿਨ ਬੀਤੇ ਨੂੰ ਵੀ ਬਹੁਤ ਦਿਨ ਹੋ ਚੁੱਕੇ ਨੇ, ਪਰ ਭਾਰਤ ਦੀ ਜਿਹੜਾ ਬੈਂਕਿੰਗ ਨਿਜ਼ਾਮ ਆ ਹਾਲੇ ਵੀ ਪੂਰੀ ਤਰ੍ਹਾਂ ਲੋਟ ਨਹੀਂ ਆ ਸਕਿਆ। ਕਾਲਾ ਧਨ ਕਿੰਨਾ ਬਾਹਰ ਆਇਆ ਇਹ ਸੂਚਨਾ ਤਾਂ ਚਲੋ ਫਾਈਨਲ 31 ਮਾਰਚ ਤੋਂ ਸ਼ਾਇਦ ਬਾਅਦ ਦਿੱਤੀ ਜਾਣੀ ਚਾਹੀਦੀ ਆ। ਸਾਨੂੰ ਤਾਂ ਰਿਜ਼ਰਵ ਬੈਂਕ ਤੇ ਭਾਰਤ ਦੇ ਪ੍ਰਧਾਨ ਮੰਤਰੀ ਇੰਨੀ ਸੂਚਨਾ ਵੀ ਦੇਣ ਦੇ ਕਾਬਿਲ ਨਹੀਂ ਆ ਕਿ ਕੁੱਲ ਕਿੰਨੀ ਰਾਸ਼ੀ ਵਾਪਸ ਬੈਂਕਾਂ ਦੇ ਵਿੱਚ ਆਈ ਹੈ। ਹਾਲਾਂਕਿ ਜਦੋਂ ਇਹ ਸਰਜੀਕਲ ਸਟ੍ਰਾਈਕ ਕੀਤੀ ਗਈ ਸੀਗੀ ਆਰਥਿਕ ਨਿਜ਼ਾਮ ਦੇ ਵਿੱਚ ਤਾਂ ਦਾਅਵਾ ਇਹੀ ਕੀਤਾ ਗਿਆ ਸੀ ਕਿ ਇਹਦੇ ਨਾਲ ਸਾਰੇ ਦਾ ਸਾਰਾ ਕਾਲਾ ਧਨ ਅੰਦਰ ਆ ਜਾਏਗਾ, ਉਸ ਕਾਲੇ ਧਨ ਦੇ ਨਾਲ ਦੇਸ਼ ਦਾ ਬਹੁਤ ਵੱਡਾ ਰੁਜ਼ਗਾਰ ਪੈਦਾ ਹੋ ਜਾਏਗਾ। ਪਰ ਹੁਣ ਸਰਕਾਰ ਬਹੁਤ ਆਸਾਨੀ ਦੇ ਨਾਲ ਖੁਦ ਮੰਨ ਰਹੀ ਹੈ ਕਿ ਘੱਟੋ ਘੱਟ 2 ਤਿਮਾਹੀਆਂ, ਜਿਹਦਾ ਮਤਲਬ ਹੈ 6 ਮਹੀਨੇ
ਜਿਹੜਾ ਵਾ ਸੰਕਟ ਦੇ ਵਿੱਚੋਂ ਗੁਜ਼ਰਨਗੇ, ਕਿਉਂਕਿ 6 ਮਹੀਨੇ ਤੱਕ ਪੂਰੀ ਤਰ੍ਹਾਂ ਸ਼ਾਇਦ ਸਾਰੇ ਨੋਟ ਵੀ ਛਪ ਕੇ ਵਾਪਸ ਨਾ ਆ ਸਕਣ। ਔਰ ਜੇ ਇਹ ਸਰਕਾਰ ਇਹ ਦੋ ਤਿਮਾਹੀਆਂ ਕਹਿੰਦੀ ਆ ਤਾਂ ਇਹਦਾ ਇੱਕ ਅਰਥ ਇਹ ਵੀ ਆ ਕਿ ਜਿਨ੍ਹਾਂ ਲੋਕਾਂ ਦੇ ਰੁਜ਼ਗਾਰ ਖੁੱਸ ਗਏ ਨੇ, ਮੰਨਿਆ ਜਾ ਰਿਹਾ ਕਿ 2 ਕਰੋੜ ਲੋਕ ਜਿਹੜੇ ਛੋਟੇ ਛੋਟੇ ਬਿਜ਼ਨਸ ਦੇ ਵਿੱਚ ਲੱਗੇ ਹੋਏ ਸੀ, ਛੋਟੀਆਂ ਇਕਾਈਆਂ ਦੇ ਵਿੱਚ ਕੰਮ ਕਰਦੇ ਸੀ, ਜਿੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਵਰਕਰ ਕੰਮ ਕਰਦੇ ਨੇ, 2 ਕਰੋੜ ਦੇ ਲੋਕ ਰੁਜ਼ਗਾਰ ਤੋਂ ਬਾਹਰ ਚਲੇ ਗਏ ਨੇ, ਨਿਵੇਸ਼ ਬਿਲਕੁਲ ਖਤਮ ਹੋ ਗਿਆ। ਔਰ ਇਸੇ ਕਰਕੇ ਸਰਜੀਕਲ ਸਟ੍ਰਾਈਕ ਜਿਹੜੀ ਸੈਨਿਕ ਤੌਰ ਦੇ ਉੱਤੇ ਕੀਤੀ ਗਈ ਆ, ਉਸੇ ਨੂੰ ਅਹਿਮੀਅਤ ਦੇਣ ਦਾ ਯਤਨ ਕੀਤਾ ਜਾਏਗਾ। ਹੁਣ ਵੀ ਜੇ ਅਸੀਂ ਜਿਹੜਾ ਸੈਸ਼ਨ ਚੱਲ ਰਿਹਾ ਵਾ ਭਾਰਤ ਦੇ ਪਾਰਲੀਮੈਂਟ ਦਾ, ਉਹਦੀ ਗੱਲ ਕਰੀਏ ਤਾਂ ਵਿਰੋਧੀ ਧਿਰ ਨੋਟਬੰਦੀ ਉੱਤੇ ਸਵਾਲ ਉਠਾਉਂਦੀ ਹੈ ਤੇ ਸੱਤਾਧਾਰੀ ਧਿਰ ਨਾ ਤਾਂ ਨੋਟਬੰਦੀ ਦੇ ਉੱਤੇ ਕੋਈ ਜਵਾਬ ਦੇਣਾ ਚਾਹੁੰਦੀ ਆ, ਉਹਦੇ ਉਲਟ ਆਪੋ ਸੱਤਾਧਾਰੀ ਧਿਰ ਦੇ ਨੇਤਾ ਇਸ ਗੱਲ ਦਾ ਭਾਸ਼ਣ ਕਰ ਰਹੇ ਨੇ ਕਿ ਜਿਹੜੇ ਲੋਕ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਸੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਉਹ ਦੇਸ਼ ਦੇ ਖਿਲਾਫ ਕਾਰਵਾਈਆਂ ਕਰ ਰਹੇ ਨੇ। ਇਹਦਾ ਅਰਥ ਇਹੀ ਨਿਕਲਦਾ ਕਿ ਨੋਟਬੰਦੀ ਦੇ ਫਲॉप ਹੋਣ ਤੋਂ ਬਾਅਦ ਹੁਣ ਭਾਰਤੀ ਜਨਤਾ ਕੋਲੇ ਸਰਜੀਕਲ ਸਟ੍ਰਾਈਕ ਬਚੀ ਆ, ਪਲੱਸ ਉਹਨੇ ਮੰਦਰ ਨੂੰ ਵਿੱਚ ਕਰ ਲਿਆ। ਔਰ ਮੈਨੂੰ ਸ਼ੱਕ ਆ ਕਿ ਇੱਕ ਵਾਰ ਫੇਰ ਆਖਰੀ ਦਿਨਾਂ ਤੱਕ ਜਾਂਦੇ ਜਾਂਦੇ ਗਊ ਦਾ ਮੁੱਦਾ ਜ਼ਰੂਰ ਇੱਕ ਵਾਰ ਫਿਰ ਨਵਾਂ ਨਾਲ ਜੁੜ ਜਾਏਗਾ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ। ਔਰ ਭਾਰਤੀ ਜਨਤਾ ਪਾਰਟੀ ਕੋਲੇ ਰੀਅਲ ਅਰਥਾਂ ਦੇ ਵਿੱਚ ਦੇਸ਼ ਨੂੰ ਇਹ ਦੱਸਣ ਲਈ ਕੁਝ ਵੀ ਨਹੀਂ ਬਚਿਆ ਕਿ ਉਹਨੇ 2.5 ਸਾਲਾਂ ਦੇ ਵਿੱਚ ਦੇਸ਼ ਲਈ ਕੀ ਕੀਤਾ ਵਾ। ਭਾਰਤ ਦੇ ਪ੍ਰਧਾਨ ਮੰਤਰੀ ਕੋਲੇ ਸੋਹਣੇ ਸੋਹਣੇ ਭਾਸ਼ਣ ਜ਼ਰੂਰ ਨੇ, ਪਰ ਉਹਨਾਂ ਸੋਹਣੇ ਸੋਹਣੇ ਭਾਸ਼ਣਾਂ ਦੇ ਵਿੱਚ ਉਹ ਦੇਸ਼ ਦੇ ਲੋਕਾਂ ਨੂੰ ਕਹਿਣਾ ਕੀ ਚਾਹੁੰਦੇ ਨੇ, ਦੇਣਾ ਕੀ ਚਾਹੁੰਦੇ ਨੇ, ਇਹੋ ਜਿਹਾ ਕੁਝ ਵੀ ਨਹੀਂ ਆ। ਉਹਨਾਂ ਕੋਲੇ ਕਮੇਡੀਅਨਾਂ ਵਰਗੇ ਪੰਚ ਜ਼ਰੂਰ ਨੇ ਵਿਰੋਧੀਆਂ ਦੇ ਖਿਲਾਫ, ਪਰ ਉਹਨਾਂ ਕੋਲੇ ਨੀਤੀ ਦੇ ਤੌਰ ਤੇ ਕੁਝ ਵੀ ਨਵਾਂ ਨਹੀਂ ਹੈ। ਮੈਂ ਸਿਰਫ ਆਪਣੀ ਗੱਲ ਨੂੰ ਖਤਮ ਕਰਨ ਤੋਂ ਪਹਿਲਾਂ 2 ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ ਵਿੱਤ ਮੰਤਰੀ ਉਹਨਾਂ ਹੀ ਨੀਤੀਆਂ ਨੂੰ ਕੰਟੀਨਿਊ ਕਰ ਰਹੇ ਨੇ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸੀ ਰਾਓ ਸਾਹਿਬ ਦੇ ਵੇਲੇ। ਔਰ ਉਹਨਾਂ ਬਾਰੇ ਮਨਮੋਹਨ ਸਿੰਘ ਦੀ ਰਾਏ ਸੀ ਕਿ ਆਰਥਿਕਤਾ ਜਿਹੜੀ ਹੁੰਦੀ ਹੈ ਉਹ ਇੱਕ ਮੈਲਟਿੰਗ ਪੌਟ ਹੁੰਦੀ ਹੈ, ਜਦੋਂ ਉਹਦੇ ਵਿੱਚ ਉਛਾਲ ਆਉਂਦਾ ਵਾ ਤਾਂ ਫਿਰ ਜਿਹੜੇ ਬਹੁਤ ਹੇਠਾਂ ਰਹਿ ਜਾਂਦੇ ਨੇ ਗਰੀਬ, ਉਹਦਾ ਲਾਭ ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਭਾਰਤ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਮਨਮੋਹਨ ਸਿੰਘ ਤੋਂ ਬਾਅਦ ਵਿੱਤ ਮੰਤਰੀ ਬਣੇ ਪੀ ਚਿਦੰਬਰਮ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਜਦੋਂ ਉਛਾਲ ਆਉਂਦਾ ਹੈ, ਜਦੋਂ ਜਵਾਰ ਭਾਟਾ ਆਉਂਦਾ ਹੈ ਤਾਂ ਸਾਰੀਆਂ ਦੀਆਂ ਸਾਰੀਆਂ ਕਿਸ਼ਤੀਆਂ ਉਤਾਂਹ ਨੂੰ ਉੱਠ ਜਾਂਦੀਆਂ ਨੇ। ਪਰ ਇੱਕ ਗੱਲ ਦੋਨਾਂ ਨੇ ਬਹੁਤ ਸਾਂਝੀ ਕਹੀ ਹੈ ਕਿ ਪਹਿਲਾਂ ਮੈਲਟ ਜਿਹੜਾ ਹੋ ਕੇ ਪੌਟ ਜਿਹੜਾ ਉਛਲੇਗਾ ਤਾਂ ਗਰੀਬਾਂ ਨੂੰ ਫਾਇਦਾ ਹੋਏਗਾ। ਦੂਜੇ ਨੇ ਕਿਹਾ ਕਿ ਜਦੋਂ ਅਮੀਰੀ ਦੀ ਜਿਹੜੀ ਬੇੜੀ ਆ ਉੱਪਰ ਨੂੰ ਚੜ ਜਾਵੇਗੀ, ਗਰੀਬਾਂ ਦੀਆਂ ਬੇੜੀਆਂ ਦੇ ਵਿੱਚ ਵੀ ਥੋੜਾ ਜਿਹਾ ਉਛਾਲ ਆ ਜਾਏਗਾ। ਇੱਕ ਗੱਲ ਤਾਂ ਇਹਦੇ ਤੋਂ ਤੈਅ ਆ ਕਿ ਜਿਹੜੀਆਂ ਨੀਤੀਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ, ਕਾਂਗਰਸ ਦੀਆਂ ਨੀਤੀਆਂ ਨੂੰ ਕੰਟੀਨਿਊ ਕਰ ਰਹੀ ਆ। ਇਹਦੀ ਪਹਿਲੀ ਸ਼ਰਤ ਆ ਅਮੀਰਾਂ ਨੂੰ ਫਾਇਦਾ ਦੇਣਾ, ਦੂਜੀ ਸ਼ਰਤ ਆ ਗਰੀਬਾਂ ਨੂੰ ਤੋਹਫੇ ਤੇ ਸੁਗਾਤਾਂ ਦੇ ਕੇ ਵਰਗਲਾਉਣਾ। ਔਰ ਪੂੰਜੀਵਾਦ ਦਾ ਇੱਕ ਕਿਰਦਾਰ ਹੁੰਦਾ, ਉਹ ਸਾਰੀ ਦੁਨੀਆ ਦੇ ਵਿੱਚ ਇੱਦਾਂ ਹੀ ਕਰਦਾ। ਉਹ ਅਮਰੀਕਾ ਦੇ ਵਿੱਚ ਵੀ ਇੱਦਾਂ ਹੀ ਕਰਦਾ, ਕੈਨੇਡਾ ਦੇ ਵਿੱਚ ਵੀ ਇੱਦਾਂ ਹੀ ਕਰਦਾ, ਇੰਗਲੈਂਡ ਦੇ ਵਿੱਚ ਵੀ ਇੱਦਾਂ ਹੀ ਕਰਦਾ। ਬਸ ਥੋੜਾ ਥੋੜਾ ਉਹਦੇ ਵਿੱਚ ਹਿਊਮਨ ਫੇਸ ਦੇ ਡਰਾਮੇਬਾਜ਼ੀ ਜ਼ਰੂਰ ਹੁੰਦੀ ਆ, ਪਰ ਗਰੀਬਾਂ ਦੇ ਹੱਕ ਦੇ ਵਿੱਚ ਇਹ ਸਿਸਟਮ ਕਦੇ ਵੀ ਜਾ ਨਹੀਂ ਸਕਦਾ। ਪਰ ਇਸੇ ਕਰਕੇ ਇਹਨੂੰ ਕਦੇ ਦੇਸ਼ ਭਗਤੀ ਦਾ ਲਾਹਾ ਲੈਣਾ ਪੈਂਦਾ, ਕਦੇ ਇਹਨੂੰ ਧਰਮ ਦਾ ਲਾਹਾ ਲੈਣਾ ਪੈਂਦਾ, ਕਦੇ ਜਾਤ ਦਾ ਇਸਤੇਮਾਲ ਕਰਨਾ ਪੈਂਦਾ, ਕਦੇ ਖੇਤਰ ਦੀ ਰਾਜਨੀਤੀ ਕਰਨੀ ਪੈਂਦੀ ਹੈ, ਕਦੇ ਇਹਦੇ ਐਨ ਉਲਟ ਜਾ ਕੇ ਕੰਮ ਕਰਨਾ ਪੈਂਦਾ ਕਿ ਤੁਸੀਂ ਜਾਤ ਦੀ ਰਾਜਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ, ਤੁਸੀਂ ਖੇਤਰ ਦੀ ਨੀਤੀ ਦੇ ਖਿਲਾਫ ਕੰਮ ਕਰ ਰਹੇ ਹੋ। ਕੰਮ ਇਹੀ ਕਰਨੇ ਨੇ, ਆ ਹੋਣਾ ਇਹੀ ਹੈ ਇਸ ਦੇਸ਼ ਦੇ ਵਿੱਚ। ਥੋੜਾ ਜਿਹਾ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਲੋਕ ਸਭਾ ਸੀਟਾਂ ਦੀ ਗੱਲ ਕਰੀਏ, ਯੂਪੀ ਵਿੱਚ 80 ਸੀਟਾਂ ਨੇ ਤੇ 2014 ਦੀ ਇਲੈਕਸ਼ਨ ਵਿੱਚ ਬੀਜੇਪੀ ਨੇ 71 ਜਿੱਤੀਆਂ ਸੀ। ਨਾਲ ਹੀ ਜੇ ਆਪਾਂ 2009 ਤੇ ਵੀ ਨਿਗਾਹ ਮਾਰੀਏ, 2009 ਚ ਬੀਜੇਪੀ ਨੂੰ ਸਿਰਫ 10 ਮਿਲੀਆਂ ਸੀ, ਪਰ 2009 ਤੋਂ 2014 ਦੇ ਸਫ਼ਰ ਚ 10 ਤੋਂ 71 ਸੀਟਾਂ ਲੈ ਕੇ ਜਾਣ ਚ ਬੀਜੇਪੀ ਕਾਮਯਾਬ ਰਹੀ। ਤੇ ਜੇ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ, ਯੂਪੀ ਵਿੱਚ 403 ਵਿਧਾਨ ਸਭਾ ਸੀਟਾਂ ਨੇ, 298 298 ਸੀਟਾਂ ਤੇ ਸਮਾਜਵਾਦੀ ਪਾਰਟੀ ਨੇ ਇਲੈਕਸ਼ਨ ਲੜਨਾ ਵਾ ਤੇ 105 ਸੀਟਾਂ ਤੇ ਕਾਂਗਰਸ ਨੇ ਇਲੈਕਸ਼ਨ ਲੜਨਾ ਵਾ। ਸਬਦੀਪ ਜੀ ਨੇ ਹੁਣੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਇਦ ਨੋਟਬੰਦੀ ਦਾ ਇਸਤੇਮਾਲ ਨਾ ਕਰਨ, ਪਰ ਮੈਂ ਇੱਥੇ ਤੁਹਾਨੂੰ ਸਬਦੀਪ ਜੀ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਮੋਦੀ ਸਾਹਿਬ ਦੀ ਜਿਹੜੀ ਲਾਸਟ ਸਪੀਚ ਮੈਂ ਦੱਸੀ, ਉੱਥੇ ਮੋਦੀ ਸਾਹਿਬ ਨੇ ਸਰਜੀਕਲ ਸਟ੍ਰਾਈਕ ਅਤੇ ਨੋਟਬੰਦੀ ਦੋਵਾਂ ਵੇਚਣ ਦੀ ਕੋਸ਼ਿਸ਼ ਕੀਤੀ। ਪਰ ਇਹ ਵੇਖਣ ਵਾਲਾ ਹੋਊਗਾ ਕਿ ਯੂਪੀ ਦੀ ਜਨਤਾ
ਨੋਟਬੰਦੀ ਤੇ ਸਰਜੀਕਲ ਸਟ੍ਰਾਈਕ ਤੇ ਵੋਟ ਪਾਉਂਦੀ ਆ, ਜਾਂ ਦੂਜੇ ਪਾਸੇ ਅਖਿਲੇਸ਼ ਯਾਦਵ ਜੋ ਡਿਵੈਲਪਮੈਂਟ ਦੇ ਨਾਂ ਤੇ ਵੋਟ ਮੰਗ ਰਹੇ ਆ, ਉਧਰ ਵੋਟ ਜਾਂਦੀ ਹੈ। ਥੋੜੀ ਜੀ ਗੱਲ ਜਿੱਥੇ ਆਪਾਂ ਬੀਜੇਪੀ ਦੀ ਕੀਤੀ, ਅਖਿਲੇਸ਼ ਯਾਦਵ ਤੇ ਸਮਾਜਵਾਦੀ ਪਾਰਟੀ ਦੀ ਗੱਲ ਵੀ ਕਰਾਂਗੇ। ਅਸੀਂ ਸਾਰੇ ਹੀ ਜਾਣਦੇ ਹਾਂ ਪਿਛਲੇ ਲਗਭਗ ਮਹੀਨਾ ਡੇਢ ਮਹੀਨੇ ਤੋਂ ਜੋ ਸਮਾਜਵਾਦੀ ਪਾਰਟੀ ਵਿੱਚ ਇੱਕ ਫੈਮਿਲੀ ਮੈਲੋ ਡਰਾਮਾ ਚੱਲ ਰਿਹਾ ਸੀ, ਪਿਓ ਪੁੱਤ ਵਿੱਚ ਡਰਾਮਾ ਚੱਲ ਰਿਹਾ ਸੀ। ਈਵਨ ਦੋ ਕਿ ਇਹ ਡਰਾਮਾ ਲਖਨਊ ਤੋਂ ਦਿੱਲੀ ਦੇ ਇਲੈਕਸ਼ਨ ਦਰਬਾਰ ਵਿੱਚ ਵੀ ਗਿਆ, ਤੇ ਸਮਾਜਵਾਦੀ ਪਾਰਟੀ ਦਾ ਚਿੰਨ੍ਹ ਜਾਂ ਸਮਾਜਵਾਦੀ ਪਾਰਟੀ ਦਾ ਕਾਰਜਭਾਰ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਅਖਿਲੇਸ਼ ਯਾਦਵ ਦੇ ਮੋਢੇ ਤੇ ਪਾਇਆ ਗਿਆ। ਦੂਜੇ ਪਾਸੇ ਮੁਲਾਇਮ ਸਿੰਘ ਯਾਦਵ, ਜਿਨ੍ਹਾਂ ਨੂੰ ਇੱਕ ਵਾਰ ਇਲੈਕਸ਼ਨ ਕਮਿਸ਼ਨ ਤੋਂ ਖਾਣੀ ਪਈ, ਪਹਿਲਾਂ ਅਖਿਲੇਸ਼ ਯਾਦਵ ਵਾਸਤੇ ਕੈਂਪੇਨ ਕਰਨ ਵਾਸਤੇ ਨੂੰ ਮਨਾ ਕੀਤਾ ਸੀ, ਪਰ ਹੁਣ ਅਖਿਲੇਸ਼ ਯਾਦਵ ਵਾਸਤੇ ਕੈਂਪੇਨ ਕਰਨ ਨੂੰ ਵੀ ਮੰਨ ਗਏ ਨੇ। ਇੱਕ ਦੂਜੇ ਪਾਸੇ ਚਾਚਾ ਸ਼ਿਵਪਾਲ ਯਾਦਵ, ਜੋ ਕਿ ਮੁਲਾਇਮ ਯਾਦਵ ਦੇ ਨਾਲ ਆ, ਅੱਡ ਪਾਰਟੀ ਬਣਾਉਣ ਦੀਆਂ ਗੱਲਾਂ ਕਰਦੇ ਸੀ, ਪਰ ਅੱਜ ਲੱਗਦਾ ਹੈ ਕਿ ਉਹ ਵੀ ਅਖਿਲੇਸ਼ ਯਾਦਵ ਦੇ ਵਾਸਤੇ ਕੈਂਪੇਨ ਸ਼ੁਰੂ ਕਰਨ ਜਾ ਰਹੇ ਨੇ। ਅਜੀਤ ਜੀ। ਦੇਖੋ ਹਰਪ੍ਰੀਤ ਜੀ, ਜੇ ਫੈਮਿਲੀ ਡਰਾਮਾ ਦੀ ਗੱਲ ਕਰੀਏ, ਇਸ ਤਰ੍ਹਾਂ ਹੁੰਦਾ ਕਿ ਮੁਲਾਇਮ ਸਿੰਘ ਯਾਦਵ ਨੇ ਪਾਰਟੀ ਖੜੀ ਕੀਤੀ ਸੀ, ਸਾਰੇ ਪਰਿਵਾਰ ਨੇ ਸਹਿਯੋਗ ਦਿੱਤਾ ਸੀ। ਸੋ ਮਹੱਤਵਕਾਂਸ਼ਾਵਾਂ ਪੋਲੀਟੀਕਲੀ ਅੱਗੇ ਵਧਣ ਦੀਆਂ, ਮੁੱਖ ਮੰਤਰੀ ਬਣਨ ਦੀਆਂ ਜਾਂ ਹੋਰ ਉੱਚ ਅਹੁਦੇ ਪ੍ਰਾਪਤ ਕਰਨ ਦੀਆਂ ਮੁਲਾਇਮ ਸਿੰਘ ਯਾਦਵ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਭਰਾਵਾਂ 'ਚ ਵੀ ਹੋ ਸਕਦੀਆਂ, ਉਹਨਾਂ ਦੇ ਭਤੀਜਿਆਂ 'ਚ ਵੀ ਹੋ ਸਕਦੀਆਂ ਨੇ। ਪਰ ਮੁਲਾਇਮ ਸਿੰਘ ਯਾਦਵ ਦਾ ਵਾਰਸ ਹੋਣ ਦੇ ਨਾਤੇ ਸਭ ਤੋਂ ਪਹਿਲ ਮਿਲੀ ਅਖਿਲੇਸ਼ ਯਾਦਵ ਨੂੰ। ਹੁਣ ਇਹ ਡਰਾਮੇ ਦਾ ਕਾਰਨ ਇੱਕੋ ਹੈ ਕਿ ਫੈਮਿਲੀ ਦੇ ਵਿੱਚ ਜਿਹੜਾ ਹੈਗਾ, ਉਹ ਜਿਹੜੀ ਪਾਰਟੀ ਨੂੰ ਸੱਤਾ ਜਿਹੜੀ ਇਸ ਵਕਤ ਉਹਨਾਂ ਦੀ ਸਥਿਤੀ ਆ, ਉਹਦੇ ਵਿੱਚ ਜਿੰਨੀ ਕੁ ਹੈ ਜਾਂ ਅੱਗੇ ਵਾਸਤੇ ਉਹ ਪ੍ਰਾਪਤ ਕਰ ਸਕਦੇ ਨੇ, ਤਾਂ ਕਿਹਦਾ ਕਿੰਨਾ ਕਿੰਨਾ ਹਿੱਸਾ ਹੋਵੇ, ਉਹਦੇ ਵਾਸਤੇ ਅਜੀਤ ਜੀ ਇੱਕ ਵਾਰੀ ਟੋਕਣਾ ਚਾਹੂੰਗਾ। ਡਰਾਮਾ ਮੈਂ ਕਿਹਾ ਸੀ ਕਿ ਤੁਸੀਂ ਮੇਰੀ ਗੱਲ ਨਾਲ ਐਗਰੀ ਕਰਦੇ ਜੋ, ਕਿਉਂਕਿ ਜੇ ਮੈਂ ਸਮਾਜਵਾਦੀ ਪਾਰਟੀ ਦੇ ਫੈਮਿਲੀ ਡਰਾਮੇ ਨੂੰ ਡਰਾਮਾ ਕਵਾਂ, ਤੁਸੀਂ ਐਗਰੀ ਕਰੋ, ਤੇ ਕੱਲ ਜੇ ਮੈਂ ਸਵਾਲ ਕੀ ਹੋਰ ਪਾਰਟੀ ਤੇ ਚੱਕਾਂ, ਤੁਸੀਂ ਉਦੋਂ ਐਗਰੀ ਨਾ ਕਰੋ, ਤੇ ਮੈਨੂੰ ਵੀ ਕਈ ਵਾਰ ਸਵਾਲ ਹੁੰਦੇ ਨੇ। ਨਹੀਂ, ਜ਼ਰੂਰੀ ਤਾਂ ਨਹੀਂ ਹੈਗਾ। ਇਹ ਜੇ ਮੈਨੂੰ ਡਰਾਮਾ ਲੱਗਦਾ ਤੇ ਮੈਂ ਵੀ ਡਰਾਮਾ ਕਹਿਤਾ, ਜੇ ਕਿਸੇ ਹੋਰ ਥਾਂ ਤੁਸੀਂ ਡਰਾਮਾ ਕਹੋ, ਜੇ ਮੈਨੂੰ ਨਹੀਂ ਲੱਗਦਾ ਤਾਂ ਮੈਂ ਨਹੀਂ ਕਹਾਂਗਾ। ਇਹ ਤਾਂ ਜ਼ਰੂਰੀ ਨਹੀਂ ਕਿ ਜੇ ਤੁਸੀਂ ਡਰਾਮਾ ਕਿਹਾ ਮੈਂ ਤਦ ਹੀ ਕਿਹਾ। ਮੈਂ ਉਹਨੂੰ ਡਰਾਮਾ ਇਸ ਕਰਕੇ ਕਿਹਾ ਕਿ ਉੱਥੇ ਕੁਝ ਪੱਤਰਕਾਰ, ਜਿਹੜਾ ਇਹਨਾਂ ਦਾ ਸੈਫਈ ਪਿੰਡ ਹੈ, ਉੱਥੇ ਗਏ ਸੀ। ਉੱਥੇ ਜਾ ਕੇ ਸਕੂਲ ਦੇ ਟੀਚਰਸ ਕੋਲੋਂ ਵੀ ਉਹਨਾਂ ਨੇ ਇਹਦੇ ਬਾਰੇ ਪੁੱਛਿਆ ਸੀ ਕਿ ਤੁਹਾਨੂੰ ਇਹ ਇੱਕ ਬਣਾਈ ਹੋਈ ਖੇਡ ਜਾਂ ਡਰਾਮਾ ਲੱਗਦਾ ਹੈ, ਜਾਂ ਇਹ ਅਸਲੀਅਤ ਦੇ ਵਿੱਚ ਪਾਰਟੀ 'ਚ ਪਈ ਜਾਂ ਪਰਿਵਾਰ 'ਚ ਪਈ ਹੋਈ ਫੁੱਟ ਹੈ। ਉੱਥੇ ਦੇ ਬਹੁਤ ਲੋਕਾਂ ਦਾ ਵੀ ਉਸ ਵਕਤ ਇਹ ਜਵਾਬ ਸੀ, ਇਹ ਘੱਟੋ ਘੱਟ 15 ਦਿਨ ਪਹਿਲਾਂ ਦੀ ਗੱਲ ਹੈ, ਉਹਨਾਂ ਦਾ ਜਵਾਬ ਸੀ ਕਿ ਇਹ ਸਾਰਾ ਬਣਾਇਆ ਹੋਇਆ ਡਰਾਮਾ ਹੈ। ਸੋ ਮੈਂ ਤੁਹਾਡੇ ਕਹਿਣ ਉੱਤੇ ਇਹਨੂੰ ਡਰਾਮਾ ਨਹੀਂ ਕਹਿ ਰਿਹਾ। ਮੈਂ ਜਿੰਨਾ ਕੁ ਲੋਕਾਂ ਦੀਆਂ ਉੱਥੇ ਦੀਆਂ ਵਿਚਾਰ ਮੈਂ ਸੁਣੇ ਨੇ, ਦੇਖੇ ਨੇ, ਜਾਂ ਮੇਰੇ ਸਮਝ ਆਏ ਨੇ, ਮੈਂ ਉਹਦੇ ਆਧਾਰ ਤੇ ਕਹਿ ਰਿਹਾ। ਕਿਉਂਕਿ ਜੇ ਉਹ ਚੀਜ਼ ਨਾ ਹੁੰਦੀ, ਜੇ ਵਾਕਿਆ ਹੀ ਕੋਈ ਵਿਚਾਰਧਾਰਕ ਗੱਲ ਹੁੰਦੀ, ਤਾਂ ਕੋਈ ਕਾਰਨ ਨਹੀਂ ਸੀ ਕਿ ਸਾਰੀਆਂ ਗੱਲਾਂ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਆਉਂਦੇ ਨਾਲ ਸ਼ਿਵਪਾਲ ਯਾਦਵ, ਜਿਹੜੇ ਕੁਝ ਦਿਨ ਪਹਿਲਾਂ ਤੱਕ ਇਹ ਕਹਿੰਦੇ ਸੀ ਕਿ ਮੈਂ ਚੋਣ ਤਾਂ ਆਪਣੀ ਲੜਾਂਗਾ ਸਮਾਜਵਾਦੀ ਪਾਰਟੀ ਦੇ ਸਿੰਬਲ ਤੇ, ਪਰ ਆਪਣੇ ਉਹ ਤਿਆਰ ਸੀ ਕਿ ਮੈਂ ਆਪਣੇ ਜਿਹੜੇ ਸਾਥੀ ਨੇ ਜਾਂ ਉਹਨਾਂ ਦੇ ਜਿਹੜੇ ਹਮਦਰਦ ਨੇ, ਉਹਨਾਂ ਨੂੰ ਆਜ਼ਾਦ ਦੇ ਤੌਰ ਤੇ ਸਮਾਜਵਾਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਿਰੁੱਧ ਖੜਾਹਾਂਗਾ। ਪਰ ਜੇ ਹੁਣ ਉਹ ਸਾਰੇ ਦੇ ਸਾਰੇ ਉਹਨੂੰ ਇੱਕ ਲਾਈਨ ਟੋ ਕਰਨ ਨੂੰ ਤਿਆਰ ਹੋ ਗਏ ਨੇ, ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਇਸ ਸਾਰੀ ਕਿਰਿਆ ਦੇ ਵਿੱਚ, ਸਾਰੇ ਡਰਾਮੇ ਦੇ ਵਿੱਚ, ਸਾਰੀ ਜਿਹੜੀ ਮਨਮੁਟਾਵਾਂ ਦੀ ਸ਼ੋਅ ਕੀਤੇ ਗਏ ਨੇ, ਉਹਦੇ ਵਿੱਚ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਲੱਗਦੀ। ਮੇਨ ਸਟ੍ਰੀਮ ਪਾਰਟੀ ਜਿਹਦੇ ਮੁਖੀ ਅੱਜ ਕੱਲ ਅਖਿਲੇਸ਼ ਯਾਦਵ ਬਣ ਚੁੱਕੇ ਨੇ, ਉਹਨਾਂ ਨੂੰ ਸ਼ਾਇਦ ਲੱਗਦਾ ਕਿ ਉਹਨਾਂ ਨਾਲ ਜੁੜਨ ਦੇ ਵਿੱਚ ਹੀ ਸਾਰਿਆਂ ਦਾ ਭਲਾ ਹੈ। ਤੇ ਮੈਂ ਇਸ ਪੱਖ ਤੋਂ ਕਹਿ ਰਿਹਾ, ਇਹਦਾ ਤੁਹਾਡੇ ਕਹਿਣ ਨਾਲ ਕੋਈ ਸੰਬੰਧ ਨਹੀਂ ਹੈਗਾ। ਹੁਣ ਆਉਨੇ ਆਪਾਂ ਇਸ ਗੱਲ ਕਰਕੇ ਕਿ ਉੱਥੇ ਇਸ ਵਕਤ ਮੁੱਦੇ ਕਿਹੜੇ ਭਾਰੂ ਨੇ। ਦੇਖੋ, ਡੀਮੋਨੇਟਾਈਜੇਸ਼ਨ ਹੋਈ ਸੀ, ਉਸ ਵਕਤ ਇਸ ਚੀਜ਼ ਨੇ ਬਹੁਤ ਜ਼ਿਆਦਾ ਯੂਪੀ ਦੇ ਵਿੱਚ ਵੀ ਲੋਕਾਂ ਨੂੰ, ਜਿਵੇਂ ਉੱਥੇ ਖਬਰਾਂ ਆ ਰਹੀਆਂ ਸੀ, ਪ੍ਰਭਾਵਿਤ ਕੀਤਾ ਸੀ। ਉਹ ਇਹਨੂੰ ਪੋਜ਼ਿਟਿਵ ਮੂਵ ਮੰਗਦੇ ਨੇ। ਪਰ ਜਦੋਂ ਸਮਾਂ ਲੰਘ ਜਾਂਦਾ ਹੁੰਦਾ ਹੈ, ਔਰ ਜਦੋਂ ਬਹੁਤ ਤੇਜ਼ੀ ਦੇ ਨਾਲ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਘਟਦੀਆਂ ਨੇ, ਜਿਵੇਂ ਅਖਿਲੇਸ਼ ਯਾਦਵ ਤੇ ਇਹਦਾ ਰਾਹੁਲ ਗਾਂਧੀ ਜੀ ਨੇ ਕਾਂਗਰਸ ਤੇ ਐਸਪੀ ਦਾ ਜਿਹੜਾ ਗੱਠਜੋੜ ਕੀਤਾ ਹੈ, ਉਹਨੇ ਉੱਥੇ ਉਹਨਾਂ ਨਾਲ ਜੁੜੇ ਹੋਏ ਜਿੰਨਾ ਵੀ ਵੋਟਰ ਸੀ, ਜਿੰਨਾ ਵੀ ਮਤਦਾਤਾ ਉਹਨਾਂ ਵੱਲ ਝੁਕੇ ਹੋਏ ਸੀ, ਉਹਨਾਂ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ, ਬਹੁਤ ਵੱਡਾ ਉਹਨਾਂ ਦੇ ਵਰਕਰਸ ਨੂੰ ਇੱਕ ਪੋਜ਼ਿਟਿਵ ਹੁਲਾਰਾ ਮਿਲਿਆ।
ਉਹਦੇ ਨਾਲ ਜਿਹੜੀ ਹੈਗੀ ਇਹ ਚੀਜ਼ ਉੱਥੇ ਜਿਹੜੀ ਬੀਜੇਪੀ ਹੈ ਉਹ ਆਪਣੀ ਸਟ੍ਰੈਟਜੀ ਬਣਾ ਰਹੀ ਹੈ। ਉਹਨਾਂ ਨੂੰ ਇਹ ਲੱਗਦਾ ਹੋ ਸਕਦਾ ਉਹ ਹੋਰ ਮੁੱਦਿਆਂ ਨੂੰ ਵੀ ਉਠਾਉਣ ਦੀ ਕੋਸ਼ਿਸ਼ ਕਰਨ, ਪਰ ਅਜੇ ਵੀ ਡੀਮੋਨੇਟਾਈਜੇਸ਼ਨ ਨੂੰ ਇਸ ਕਰਕੇ ਉਠਾ ਰਹੇ ਨੇ ਕਿ ਜਿਹੜੀ ਉਹਨਾਂ ਦੇ ਚ ਪੋਜ਼ਿਟਿਵ ਹੱਕ ਚ ਗੱਲ ਬਣੀ ਸੀ ਉਹਨੂੰ ਜਿੰਨਾ ਕੁ ਉਹਦਾ ਫਾਇਦਾ ਮਿਲ ਸਕਦਾ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਜਾਵੇ। ਜਿੱਥੇ ਤੱਕ ਜਿਹੜੀ ਆਰਮੀ ਦੀ ਸਰਜੀਕਲ ਸਟ੍ਰਾਈਕ ਹੈ ਉਹਦਾ ਉਹ ਐਡਾ ਬੜਾ ਕੋਈ ਪ੍ਰਭਾਵਿਤ ਕਰਨ ਵਾਲਾ ਮੁੱਦਾ ਨਹੀਂ ਹੈਗਾ, ਪਰ ਸਟੇਜ ਤੇ ਗੱਲ ਕਰਨੀ ਇੱਕ ਲੋਕਾਂ ਤੇ ਚੰਗਾ ਸੁਨੇਹਾ ਉਹਨਾਂ ਵੱਲੋਂ ਬੀਜੇਪੀ ਵੱਲੋਂ, ਮੈਂ ਨਹੀਂ ਕਹਿੰਦਾ ਕਿ ਚੰਗਾ ਸੁਨੇਹਾ ਦੇਗੀ ਜਾਂ ਨਹੀਂ ਦੇਗੀ ਜਾਂ ਦੂਜੀ ਪਾਰਟੀਆਂ ਉਹਨੂੰ ਕਹਿਣ ਨੂੰ ਚੰਗਾ ਸੁਨੇਹਾ ਮੰਨਦੇ ਆ ਜਾਂ ਨਹੀਂ ਮੰਨਦੇ, ਪਰ ਬੀਜੇਪੀ ਨੂੰ ਲੱਗ ਰਿਹਾ ਕਿ ਇਹਦੇ ਨਾਲ ਕੁਝ ਚੰਗਾ ਸੁਨੇਹਾ ਜਾ ਸਕਦਾ, ਹਾਲਾਂਕਿ ਬਹੁਤ ਵੱਡਾ ਮੁੱਦਾ ਨਹੀਂ ਹੋ ਸਕਦਾ ਹੈਗਾ। ਅਸਲ ਮੁੱਦਿਆਂ ਦੇ ਨਾਲ ਤਾਂ ਉੱਥੇ ਜੱਟ ਕਮਿਊਨਿਟੀ ਆਪਣੇ ਰਿਜ਼ਰਵੇਸ਼ਨ ਦੀਆਂ ਗੱਲਾਂ ਦੇ ਸਵਾਲ ਪੁੱਛ ਰਹੀ ਹੈ। ਹਰ ਪਾਰਟੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਜਿਹੜੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਨਾਰਾਜ਼ ਕੈਂਡੀਡੇਟ ਨੇ ਉਹ ਹੈਗੇ ਨੇ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਹੁਤ ਵੱਡਾ ਇਸ ਵਕਤ ਬੀਜੇਪੀ ਦੇ ਵਿੱਚ ਵੀ ਬੀਜੇਪੀ ਵਾਸਤੇ ਮੇਰਾ ਖਿਆਲ ਸ਼ਾਇਦ ਵੱਧ ਬੜਾ ਮੁੱਦਾ ਬਣ ਰਿਹਾ ਹੈ, ਜਿਹੜਾ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਵੀ ਸ਼ਾਇਦ ਇਹ ਐਡਾ ਵੱਡਾ ਮੁੱਦਾ ਨਾ ਉਹਨਾਂ ਨੂੰ ਬਣ ਕੇ ਸਾਹਮਣੇ ਆਵੇ, ਪਰ ਹੈ ਜ਼ਰੂਰ। ਇਸ ਚੀਜ਼ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਵਾਸਤੇ ਇਹ ਮੁੱਦਾ ਨਹੀਂ ਹੈਗਾ। ਜੀ ਥੋੜੀ ਜੀ ਪਾਰਟੀ ਦੀ ਗੱਲ ਜ਼ਰੂਰ ਕਰਾਂਗੇ, ਬਹੁਜਨ ਸਮਾਜਵਾਦੀ ਪਾਰਟੀ ਭੈਣ ਮਾਇਆਵਤੀ ਦੀ। ਜੇ ਮਾਇਆਵਤੀ ਜੀ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਬੀਐਸਪੀ ਵੀ ਸਿਮਟ ਕੇ ਯੂਪੀ ਤੱਕ ਹੀ ਰਹਿ ਗਈ ਹੈ ਤੇ ਬੀਐਸਪੀ ਵਾਸਤੇ ਵੀ ਆਉਣ ਵਾਲਾ ਯੂਪੀ ਦਾ ਚੁਣਾਵ ਬਹੁਤ ਹੀ ਇੰਪੋਰਟੈਂਟ ਆ। ਜੇ ਬੀਐਸਪੀ ਇਸ ਇਲੈਕਸ਼ਨ ਵਿੱਚ ਕੁਝ ਖਾਸ ਪ੍ਰਭਾਵ ਨਹੀਂ ਛੱਡ ਪਾਈ ਤੇ ਇਹ ਕਹਿੰਦਿਆਂ ਹੋਇਆ ਮੈਨੂੰ ਬਿਲਕੁਲ ਵੀ ਹਿਚਕਿਚਾਹਟ ਨਹੀਂ ਹੋ ਰਹੀ ਕਿ ਸ਼ਾਇਦ ਬੀਜੇਪੀ ਆਉਣ ਵਾਲੇ ਕੁਝ ਸਾਲਾਂ ਵਿੱਚ ਖਤਮ ਹੋਣ ਦੇ ਆਧਾਰ ਵੱਲ ਜਾ ਰਹੀ ਆ। ਜੇ ਬੀਐਸਪੀ ਦੀ ਗੱਲ ਕਰੀਏ ਜਾਂ ਮਾਇਆਵਤੀ ਜੀ ਦੀ ਗੱਲ ਕਰੀਏ, ਉਹਨਾਂ ਦੇ ਸ਼ਾਸਨ ਕਾਲ ਦੀ ਗੱਲ ਕਰੀਏ ਤੇ ਕੁਝ ਚੀਜ਼ਾਂ ਉਹਨਾਂ ਦੇ ਫੇਵਰ ਚ ਜਾਂਦੀਆਂ ਨੇ। ਪੁਲਿਸ ਪ੍ਰਸ਼ਾਸਨ, ਗੁੰਡਾਗਰਦੀ, ਜਦੋਂ ਮਾਇਆਵਤੀ ਜੀ ਸੀਐਮ ਸੀ ਉਦੋਂ ਪੁਲਿਸ ਪ੍ਰਸ਼ਾਸਨ ਜਾਂ ਗੁੰਡਾਗਰਦੀ, ਪੁਲਿਸ ਪ੍ਰਸ਼ਾਸਨ ਕਾਫੀ ਕੰਟਰੋਲ ਸੀ ਤੇ ਜੋ ਗੁੰਡਾਗਰਦੀ ਸੀ ਤੁਸੀਂ ਕਹਿ ਸਕਦੇ ਹੋ ਯੂਪੀ ਖਾਸ ਤੌਰ ਤੇ ਹੀ ਗੁੰਡਾਗਰਦੀ ਵਾਸਤੇ ਬਦਨਾਮ ਆ, ਕਿਤੇ ਨਾ ਕਿਤੇ ਕਾਫੀ ਜ਼ਿਆਦਾ ਕੰਟਰੋਲ ਸੀ ਪੁਲਿਸ ਪ੍ਰਸ਼ਾਸਨ ਦਾ। ਪਰ ਜੋ ਇੱਕ ਇਲਜ਼ਾਮ ਮਾਇਆਵਤੀ ਜੀ ਉੱਤੇ ਲੱਗਦਾ ਵਾ, ਅੱਜ ਕੱਲ ਜੋ ਮਾਇਆਵਤੀ ਜੀ ਸਪੀਚਾਂ ਦੇ ਰਹੇ ਨੇ ਉਹ ਚ ਵੀ ਉਹ ਕਹਿ ਰਹੇ ਨੇ ਕਿ ਜੇ ਐਰਕੀ ਮੇਰੀ ਸਰਕਾਰ ਆਊਗੀ ਤੇ ਮੈਂ ਵੱਡੇ ਵੱਡੇ ਬੁੱਤ ਜਾਂ ਪੁਤਲੇ ਨਹੀਂ ਲਾਉਂਗੀ, ਡਿਵੈਲਪਮੈਂਟ ਦਾ ਕੰਮ ਕਰੂੰਗੀ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਮਾਇਆਵਤੀ ਜਦੋਂ ਸਰਕਾਰ ਆਈ ਸੀ ਵੱਡੇ ਵੱਡੇ ਬੁੱਤ ਤੇ ਪੁਤਲੇ ਲਾਏ ਗਏ ਸੀ, ਪਰ ਸ਼ਾਇਦ ਡਿਵੈਲਪਮੈਂਟ ਇੰਨੀ ਜ਼ਿਆਦਾ ਨਹੀਂ ਹੋਈ ਸੀ, ਤਾਂ ਹੀ ਤੇ ਯੂਪੀ ਦੇ ਲੋਕਾਂ ਨੇ ਮਾਇਆਵਤੀ ਦੀ ਸਰਕਾਰ ਨੂੰ ਇੱਕ ਹੋਰ ਟਰਮ ਨਹੀਂ ਦਿੱਤੀ। ਗੋ ਹੈਡ ਸੀਪੀ ਸਿੰਘ ਜੀ। ਹਰਪ੍ਰੀਤ ਜੀ, ਪੋਲਿਟਿਕਸ ਹੈ, ਵੱਡੇ ਵੱਡੇ ਵਾਅਦੇ ਹੁੰਦੇ ਆ ਔਰ ਵੱਡੇ ਵੱਡੇ ਡਰਾਮੇ ਵੀ ਹੁੰਦੇ ਆ, ਜਿਵੇਂ ਤੁਸੀਂ ਕਹਿ ਰਹੇ ਸੀਗੇ। ਅਸੀਂ ਇੱਕ ਚੀਜ਼ ਨਾ ਇੱਥੇ ਭੁੱਲੀਏ, ਉੱਤਰ ਪ੍ਰਦੇਸ਼ ਇੰਡੀਆ ਦਾ ਇੱਕ ਸਭ ਤੋਂ ਵੱਡਾ ਸਟੇਟ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਡਿਸਾਈਸਿਵ ਹੁੰਦਾ ਹੈ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਦੇ ਵੇਲੇ। ਸੋ ਇਸ ਸਟੇਟ ਦੀ ਜਿਹੜੀ ਵੋਟ ਹੈ ਉਹ ਬਹੁਤ ਜ਼ਿਆਦਾ ਕਾਊਂਟ ਕਰਦੀ ਹੈ ਔਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੀ ਹੈ ਇੱਥੇ ਸੀਟਾਂ ਜਿਹੜੀਆਂ ਉਹ ਮਿਲਦੀਆਂ। ਸ਼ਾਇਦ ਇਸੇ ਕਰਕੇ ਪੂਰੀ ਦੀ ਪੂਰੀ ਇਲੈਕਸ਼ਨ ਨੂੰ ਉੱਤਰ ਪ੍ਰਦੇਸ਼ ਦੀ ਨੂੰ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ 2019 ਤੋਂ ਪਹਿਲਾਂ। ਸੋ ਇਸੇ ਕਰਕੇ ਦੇਖੋ ਤੁਸੀਂ ਇਸ ਸਟੇਟ ਦੀ ਜਿਹੜੀ ਇਲੈਕਸ਼ਨ ਹੈ ਉਹ 7 ਚਰਨ ਦੇ ਵਿੱਚ ਹੋ ਰਹੀ ਹੈ, 11 ਫਰਵਰੀ ਤੋਂ ਸ਼ੁਰੂ ਹੋ ਕੇ 8 ਮਾਰਚ ਤੱਕ ਚੱਲ ਰਹੀ ਹੈ। ਔਰ ਜਿਹੜੀ ਪਾਰਟੀ ਇੱਥੇ ਕੰਟੈਸਟ ਕਰ ਰਹੀ ਹੈ ਉਹ ਸੁਭਾਵਿਕ ਹੈ ਕਿ ਉਹ ਇੱਕ ਦੂਜੀ ਪਾਰਟੀਆਂ ਦੇ ਉੱਪਰ ਜਿਹੜੇ ਤੌਹਮਤਬਾਜ਼ੀ ਇਲਜ਼ਾਮਾਤ ਜਿਹੜੇ ਉਹ ਲਗਾਉਣੇ ਬਣਦੇ ਆ। ਲੇਕਿਨ ਜੇ ਤੁਸੀਂ ਸਮਾਜਵਾਦੀ ਪਾਰਟੀ ਦੀ ਸਪੈਸੀਫਿਕਲੀ ਗੱਲ ਕਰੋ ਤਾਂ ਉਹਦੇ ਵਿੱਚ ਜੋ ਪਿੱਛੇ ਵਿਵਾਦ ਚੱਲਿਆ, ਚਾਹੇ ਉਹ ਘਰ ਗ੍ਰਹਿ ਯੁੱਧ ਸੀਗਾ, ਚਾਹੇ ਉਹ ਪੋਲੀਟੀਕਲ ਪਾਰਟੀ ਦੇ ਵਿੱਚ ਸੀਗਾ, ਕਿਤੇ ਨਾ ਕਿਤੇ ਮੁਲਾਇਮ ਸਿੰਘ ਯਾਦਵ ਨੇ ਕੱਲ ਜਿਹੜੀ ਸਟੇਟਮੈਂਟ ਦੇ ਕੇ ਉਸ ਨੂੰ ਥੋੜੀ ਜਿਹੀ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਕੀਤਾ ਕਿ ਮੈਂ ਸਮਾਜਵਾਦੀ ਪਾਰਟੀ ਔਰ ਕਾਂਗਰਸ ਲਈ ਕੈਂਪੇਨ ਕਰਾਂਗਾ। ਔਰ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਤੁਹਾਡਾ ਜਿਹੜਾ ਆਪਸ ਦੇ ਵਿੱਚ ਵਿਵਾਦ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ, ਤਾਂ ਉਹਨਾਂ ਨੇ ਸਿੰਪਲ ਕਿਹਾ ਕਿ ਮੇਰਾ ਔਰ ਮੇਰੇ ਪੁੱਤਰ ਦਾ ਵਿਵਾਦ ਸੀ, ਪੁੱਤਰਾਂ ਤੋਂ ਇਹ ਗਲਤੀਆਂ ਹੁੰਦੀਆਂ ਰਹਿੰਦੀਆਂ। ਸੋ ਕਿਤੇ ਨਾ ਕਿਤੇ ਓਵਰਆਲ ਮੈਂ ਫਿਰ ਤੁਹਾਡੀ ਗੱਲ ਨਾਲ ਐਗਰੀ ਕਰੂੰਗਾ ਕਿ ਇਹ ਪੋਲੀਟੀਕਲੀ ਡਰਾਮਾ ਸੀਗਾ ਔਰ ਚੱਲਦਾ ਵੀ ਰਹੇਗਾ, ਕਿਉਂਕਿ ਪੋਲਿਟਿਕਸ ਦੇ ਵਿੱਚ ਤੁਸੀਂ ਜਦੋਂ ਵੋਟ ਕੈਸ਼ ਕਰਨੀ ਹੁੰਦੀ ਹੈ ਉਦੋਂ ਇਹਨਾਂ ਚੀਜ਼ਾਂ ਦੀ ਮਹੱਤਤਾ ਰੱਖੀ ਜਾਂਦੀ ਹੈ। ਸੈਕੰਡਲੀ, ਜਦੋਂ ਬੀਜੇਪੀ ਆਪਣੀ ਸਟੇਜ ਤੋਂ ਬੋਲਦੀ ਹੈ ਔਰ ਸਰਜੀਕਲ ਸਟ੍ਰਾਈਕ ਬਾਰੇ ਗੱਲਾਂ ਕਰਦੀ ਹੈ, ਡੀਮੋਨਟਾਈਜੇਸ਼ਨ ਬਾਰੇ ਗੱਲਾਂ ਕਰਦੀ ਹੈ, ਇਸ ਟਾਈਮ ਤੇ ਇਹ ਚੀਜ਼ ਕਹਿਣੀ ਕਿ ਡੀਮੋਨਟਾਈਜੇਸ਼ਨ ਕਿੰਨਾ ਕੁ ਇਫੈਕਟ ਪਾਏਗੀ ਜਾਂ ਕਿੰਨਾ ਕੁ ਲੋਕ ਉਹਦੇ ਪ੍ਰਤੀ ਜਾਣਗੇ ਜਾਂ ਲੋਕ ਉਹਦੇ ਵਿਰੋਧ ਜਾਣਗੇ, ਇਹ ਚੀਜ਼ ਨੂੰ ਕਹਿਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਲੋਕਾਂ ਦੀ ਜ਼ੁਬਾਨ ਤੋਂ ਹਲੇ ਵੀ ਡੀਮੋਨਟਾਈਜੇਸ਼ਨ
ਦੇ ਖਿਲਾਫ ਕੋਈ ਗੱਲ ਨਹੀਂ ਨਿਕਲ ਰਹੀ, ਔਰ ਉਹ ਜਿਹੜੀ ਸਾਇਲੈਂਟ ਫੈਕਟਰ ਹੈ ਉਹ ਕਿੱਧਰ ਭੁਗਤੇਗਾ ਇਹ ਸਾਨੂੰ ਰਿਜ਼ਲਟ ਦੱਸੂਗਾ। ਲੇਕਿਨ ਓਵਰਆਲ ਜੇ ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਚਾਹੇ ਉਹ ਸਮਾਜਵਾਦੀ ਪਾਰਟੀ ਹੋਵੇ, ਚਾਹੇ ਬੀਐਸਪੀ ਲਈ ਇੱਕ ਬਹੁਤ ਹੀ ਜ਼ਿਆਦਾ ਟਫ ਬੈਟਲ ਹੋਵੇ, ਚਾਹੇ ਉਹ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ, ਸਾਰਿਆਂ ਲਈ ਉੱਤਰ ਪ੍ਰਦੇਸ਼ ਦੀ ਜਿਹੜੀ ਇਲੈਕਸ਼ਨ ਹੈ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਕਿਉਂਕਿ 400 ਤੋਂ 3 ਸੀਟਾਂ ਲੈ ਕੇ ਉਹ ਉੱਥੇ ਐਮਐਲਏ ਜਿਹੜੇ ਨੇ ਉਹ ਆਪਣੀ ਓਵਰਆਲ ਜਿਹੜੀ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸਟੇਟ ਹੈ ਇੰਡੀਆ ਵਾਸਤੇ ਵੀ। ਇਹ ਸ਼ਾਇਦ ਇਸੇ ਕਰਕੇ ਜਿਹੜੀ ਉੱਥੇ ਸਾਰੀਆਂ ਪਾਰਟੀਆਂ ਦੇ ਵਿੱਚ ਲੜਾਈ ਹੋ ਰਹੀ ਹੈ ਉਹਦੇ ਤੇ ਬਹੁਤ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ, ਔਰ ਇਸੇ ਕਰਕੇ ਇਹਨੂੰ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਜੇ ਗੱਲ ਕਰੀਏ ਨੀਤੀਸ਼ ਕੁਮਾਰ ਦੀ, ਨੀਤੀਸ਼ ਕੁਮਾਰ ਨੇ ਵੀ ਯੂਪੀ ਦੇ ਇਲੈਕਸ਼ਨ ਵਿੱਚ ਆਪਣੀ ਪਾਰਟੀ ਤੁਸੀਂ ਕਹਿ ਸਕਦੇ ਹੋ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਸੀ, ਜਾਂ ਤੁਸੀਂ ਕਹਿ ਸਕਦੇ ਹੋ ਪਾਣੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਤੇ ਨਾ ਕਿਤੇ ਨੀਤੀਸ਼ ਕੁਮਾਰ ਨੂੰ ਸਮੇਂ ਨਾਲ ਹੀ ਇਹ ਸਮਝ ਆ ਗਿਆ ਕਿ ਯੂਪੀ ਚੋਣਾਂ ਦੀ ਦਾਲ ਨਹੀਂ ਗਲਣੀ, ਤੇ ਨੀਤੀਸ਼ ਕੁਮਾਰ ਨੇ ਯੂਪੀ ਦੀ ਇਲੈਕਸ਼ਨ ਵਿੱਚ ਨਾ ਹਿੱਸਾ ਲੈਣ ਦੀ ਗੱਲ ਕੀਤੀ। ਜੇ ਯੂਪੀ ਦੀ ਇਲੈਕਸ਼ਨ ਹੋਵੇ ਤੇ ਰਾਮ ਮੰਦਿਰ ਦਾ ਮੁੱਦਾ ਨਾ ਉੱਠੇ, ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਵਾ, ਪਰ ਹੈਰਾਨੀ ਹੁੰਦੀ ਆ ਕਿ ਇੱਕ ਪਾਸੇ ਬੀਜੇਪੀ ਡਿਵੈਲਪਮੈਂਟ ਦੀ ਗੱਲਾਂ ਕਰਦੀ ਆ, ਦੂਜੇ ਪਾਸੇ ਆਪਣੇ ਘੋਸ਼ਣਾ ਪੱਤਰ ਜਾਂ ਫਿਰ ਮੈਨੀਫੈਸਟੋ ਤੁਸੀਂ ਕਹਿ ਸਕਦੇ ਜੋ, ਉਹਦੇ ਵਿੱਚ ਰਾਮ ਮੰਦਿਰ ਬਣਾਉਣ ਦੀਆਂ ਗੱਲਾਂ ਕਰਦੀ ਆ। ਮੁਸਲਿਮ ਵੋਟ, ਦਲਿਤ ਵੋਟ ਇੱਕ ਵੱਡਾ ਫੈਕਟਰ ਆ ਯੂਪੀ ਦੇ ਵਿੱਚ। ਦੂਜੇ ਪਾਸੇ ਜੇ ਹਿੰਦੂ ਧਰਮ ਦੀ ਜੇ ਵੋਟ ਇੱਕ ਪਾਰਟੀ ਲੈ ਜੇ ਜਾਂ ਲੈਣ 'ਚ ਕਾਮਯਾਬ ਹੋ ਜਾਏ ਤਾਂ ਪਾਰਟੀ ਕਿਤੇ ਨਾ ਕਿਤੇ ਆਪਣੀ ਜਿੱਤ ਪੱਕੀ ਕਰ ਸਕਦੀ ਆ। ਹਰ ਪਾਰਟੀ ਕੋਸ਼ਿਸ਼ ਕਰੂਗੀ ਕਿ ਧਰਮ ਦਾ ਕਾਰਡ, ਜਾਤੀ ਦਾ ਕਾਰਡ, ਰਾਮ ਮੰਦਿਰ ਦਾ ਕਾਰਡ ਖੇਡਿਆ ਜਾਵੇ, ਪਰ ਕਿਸੇ ਵੀ ਤਰੀਕੇ ਨਾਲ ਯੂਪੀ ਦੀ ਇਲੈਕਸ਼ਨ ਜ਼ਰੂਰ ਜਿੱਤੀ ਜਾਵੇ। ਜੇ ਮੇਰਾ ਕੋਈ ਵੀ ਸਾਥੀ ਇਹਨਾਂ ਮੁੱਦਿਆਂ ਉੱਤੇ, ਚਾਹੇ ਮੁਸਲਿਮ ਪੋਪੂਲੇਸ਼ਨ ਨੂੰ ਲੈ ਕੇ, ਦਲਿਤ ਪੋਪੂਲੇਸ਼ਨ ਨੂੰ ਲੈ ਕੇ, ਰਾਮ ਮੰਦਿਰ ਦੇ ਮੁੱਦੇ ਨੂੰ ਲੈ ਕੇ ਕਮੈਂਟ ਕਰਨਾ ਚਾਹੇ, ਪਲੀਜ਼ ਗੋ ਅਹੈਡ। ਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਐਨ ਆਖਰੀ ਮੌਕੇ ਦੇ ਉੱਤੇ ਮੰਦਰ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰ ਲਿਆ ਜਾਂ ਆਪਣੇ ਨੇਤਾਵਾਂ ਦੇ ਬੋਲਣ ਦੇ ਵਿੱਚ ਸ਼ਾਮਲ ਕਰ ਲਿਆ, ਤਾਂ ਇੱਕ ਗੱਲ ਤਾਂ ਬਹੁਤ ਕਲੀਅਰ ਆ ਕਿ ਜਿਨ੍ਹਾਂ ਮੁੱਦਿਆਂ ਉੱਤੇ ਉਹ ਪਹਿਲਾਂ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ, ਉਹ ਮੁੱਦੇ ਉਹਦੀ ਆਪਣੀ ਨਜ਼ਰ ਦੇ ਵਿੱਚ ਬਹੁਤ ਸੈਕੰਡਰੀ ਹੋ ਚੁੱਕੇ ਨੇ। ਇਹ ਇੱਕ ਬਹੁਤ ਵੱਡੀ ਸੱਚਾਈ ਹੈ, ਔਰ ਦੇਸ਼ ਦੇ ਵਿੱਚ ਐਸੀ ਹੈਰਾਨੀਜਨਕ ਸੱਚਾਈ ਹੈ ਕਿ ਦੇਸ਼ ਦੇ ਅੰਦਰ ਔਰ ਯੂਪੀ ਦੇ ਅੰਦਰ ਨੋਟਬੰਦੀ ਦੇ ਖਿਲਾਫ ਕੋਈ ਬਹੁਤ ਵੱਡਾ ਰੋਹ ਵਿਦਰੋਹ ਕਿਸੇ ਵੀ ਸਿਆਸੀ ਪਾਰਟੀ ਦੀ ਅਗਵਾਈ ਵਿੱਚ ਨਹੀਂ ਚੱਲ ਰਿਹਾ। ਇਹਦੇ ਬਾਵਜੂਦ ਜੇ ਭਾਰਤੀ ਜਨਤਾ ਪਾਰਟੀ ਨੂੰ ਨੋਟਬੰਦੀ ਨੂੰ ਸੈਕੰਡਰੀ ਮੁੱਦਾ ਬਣਾਉਣਾ ਪੈ ਰਿਹਾ, ਤਾਂ ਉਹਦੀ ਇੱਕੋ ਇੱਕ ਵਜ੍ਹਾ ਵਾ ਕਿ ਜੇ ਉਹ ਇਹਨੂੰ ਪ੍ਰਾਇਮਰੀ ਮੁੱਦਾ ਬਣਾਉਂਦੀ ਹੈ ਤਾਂ ਫਿਰ ਬਦਲ ਦੇ ਵਿੱਚ ਜਿਹੜੇ ਸਵਾਲ ਪੈਦਾ ਹੁੰਦੇ ਨੇ ਉਹਨੂੰ ਉਹਨਾਂ ਚੀਜ਼ਾਂ ਦੇ ਜਵਾਬ ਦੇਣੇ ਪੈਣਗੇ, ਉਹਨੂੰ ਸਾਬਤ ਕਰਨਾ ਪਏਗਾ ਕਿ ਕੀ ਫਾਇਦਾ ਹੋਇਆ ਔਰ ਫਾਇਦਾ ਕੀ ਹੋਇਆ। ਇਹ ਗੱਲ ਕਹਿਣ ਦੇ ਲਈ ਬੀਜੇਪੀ ਕੋਲ ਵੀ ਕੁਝ ਨਹੀਂ ਆ, ਹਾਲਾਂਕਿ ਜਿਹੜੇ ਵਿਰੋਧੀ ਨੇ ਉਹਨਾਂ ਕੋਲ ਉਹ ਵੀ ਇਹਦੇ ਖਿਲਾਫ ਕੋਈ ਰੋਹ ਵਿਦਰੋਹ ਪੈਦਾ ਨਹੀਂ ਕਰ ਸਕੇ। ਇਸ ਸਿਚੁਏਸ਼ਨ ਦੇ ਵਿੱਚ ਮੰਦਰ ਇੱਕ ਐਸਾ ਮੁੱਦਾ ਵਾ ਜਿਹੜੇ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਘੱਟੋ ਘੱਟ ਉਹਨਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦੀ ਹੈ ਜਿਨ੍ਹਾਂ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਇਹ ਸ਼ੰਕੇ ਪੈਦਾ ਹੋ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਲਈ ਮੰਦਰ ਬਸ ਵੋਟਾਂ ਦਾ ਮੁੱਦਾ ਵਾ, ਉਹ ਇਹਦੇ ਤੇ ਕਮਿਟਡ ਨਹੀਂ ਹੈ। ਉਹਨਾਂ ਲੋਕਾਂ ਨੂੰ ਜੋੜਨ ਦਾ ਇੱਕ ਯਤਨ ਹੈ, ਪਰ ਇੱਕ ਰਿਐਲਿਟੀ ਜਿਹੜੀ ਸਾਨੂੰ ਮੰਨ ਲੈਣੀ ਚਾਹੀਦੀ ਆ, ਭਾਰਤੀ ਜਨਤਾ ਪਾਰਟੀ ਲਈ ਹਿੰਦੂਤਵ, ਮੰਦਰ, ਗਊ ਇਹ ਸਾਰੇ ਦੇ ਸਾਰੇ ਪੋਲੀਟੀਕਲ ਮੁੱਦੇ ਨੇ। ਇਹਨਾਂ ਉੱਤੇ ਉਹਦੀ ਕੋਈ ਧਾਰਮਿਕ ਕਮਿਟਮੈਂਟ ਨਜ਼ਰ ਨਹੀਂ ਆਉਂਦੀ ਜਿਵੇਂ ਉਹ ਸ਼ੋਅ ਕਰਦੀ ਹੈ। ਉਹਦੇ ਲਈ ਓਨਾ ਹੀ ਮੰਦਰ ਦਾ ਮੁੱਦਾ ਓਨਾ ਕੁ ਹੀ ਮਹੱਤਵਪੂਰਨ ਹੈ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਅਕਾਲ ਤਖਤ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵੀ ਅਕਾਲ ਤਖਤ ਦੀ ਗੱਲ ਕਰਦਾ, ਪਰ ਉਹ ਕਿੰਨਾ ਕੁ ਉਹਨੂੰ ਮੰਨਦਾ ਹੈ ਅਸੀਂ ਪਹਿਲੇ ਹਿੱਸੇ ਦੇ ਵਿੱਚ ਉਹਦੀ ਚਰਚਾ ਕਰ ਚੁੱਕੇ ਹਾਂ। ਮੰਦਰ ਨੂੰ ਬੀਜੇਪੀ ਕਿੰਨਾ ਕੁ ਵੇਟ ਦਿੰਦੀ ਆ ਪੋਲੀਟੀਕਲੀ ਅਸੀਂ ਉਹਦੇ ਹੁਣ ਤੱਕ ਦੇ ਵਿਹਾਰ ਦੇ ਵਿੱਚ ਦੇਖ ਚੁੱਕੇ ਹਾਂ, ਪਰ ਕਿਉਂਕਿ ਲੋਕ ਉਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਇਸ ਕਰਕੇ ਉਸ ਮੁੱਦੇ ਨੂੰ ਉਹ ਜ਼ਰੂਰ ਬਣਾਉਣ ਦਾ ਯਤਨ ਕਰਦੀ ਹੈ। ਇੱਕ ਗੱਲ ਜਿਹੜੀ ਸ਼ੁਰੂ ਦੇ ਵਿੱਚ ਹੋਈ ਜਿਹਦੇ ਤੇ ਮੈਂ ਆਪਣੀ ਗੱਲ ਵੀ ਜ਼ਰੂਰ ਕਰਨੀ ਚਾਹਾਂਗਾ, ਜਿਹੜਾ ਪੋਲੀਟੀਕਲ ਮੈਲੋ ਡਰਾਮਾ ਸਮਾਜਵਾਦੀ ਪਾਰਟੀ ਦੇ ਅੰਦਰ ਵਾਪਰਿਆ ਉਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗਾ। ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਪੂਰੀਆਂ ਸੀਟਾਂ ਲੜਨ ਦਾ ਐਲਾਨ ਵੀ ਕੀਤਾ ਸੀ ਤੇ ਸ਼ੀਲਾ ਦੀਕਸ਼ਿਤ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਵੀ ਕਰ ਦਿੱਤਾ ਸੀ, ਪਰ ਬਦਲੇ ਹੋਏ ਹਾਲਾਤ ਦੇ ਵਿੱਚ ਉਹਨਾਂ ਨੇ ਉਸ ਆਪਣੇ ਆਪ ਨੂੰ ਵਾਪਸ ਲੈ ਲਿਆ ਤੇ ਬਹੁਤ ਘੱਟ ਸੀਟਾਂ ਲੈ ਕੇ, ਪਰ ਜੇ ਯੂਪੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਸੀਟਾਂ ਲੈ ਕੇ ਉਹਨਾਂ ਨੇ ਸਮਾਜਵਾਦੀ ਪਾਰਟੀ ਦੇ ਨਾਲ ਸਮਝੌਤਾ ਕਰ ਲਿਆ ਔਰ ਆਪਣਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਉਹ ਵਾਪਸ ਲੈ ਲਿਆ। ਹੁਣ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਵੀ ਜਵਾਬ ਚੋਣਾਂ ਦੇ ਵਿੱਚ ਦੇਣਾ ਪੈ ਰਿਹਾ
ਕਿ ਉਹਦੇ ਕੋਲੇ ਮੁੱਖ ਮੰਤਰੀ ਦਾ ਚਿਹਰਾ ਕੀ ਹੈ। ਮੇਰੇ ਮੁਤਾਬਕ ਇਹ ਵੀ ਇੱਕ ਮੁੱਦਾ ਜ਼ਰੂਰ ਰਹੇਗਾ ਇਹਨਾਂ ਚੋਣਾਂ ਦੇ ਵਿੱਚ ਕਿ ਬੀਜੇਪੀ ਦਾ ਮੁੱਖ ਮੰਤਰੀ ਕੌਣ। ਇਸ ਗੱਲ ਨੂੰ ਵੀ ਸਮਾਜਵਾਦੀ ਪਾਰਟੀ ਉਠਾਉਣ ਦਾ ਯਤਨ ਕਰੇਗੀ, ਕਿਉਂਕਿ ਇਸ ਪੂਰੇ ਮੈਲੋ ਡਰਾਮੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਬਤ ਹੋਈ, ਸਮਾਜਵਾਦੀ ਪਾਰਟੀ ਦੇ ਕੋਲ ਬਿਨਾਂ ਅਨਾਉਂਸ ਕੀਤੇ ਅਖਿਲੇਸ਼ ਇੱਕ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਦੇ ਉੱਤੇ ਉੱਭਰ ਆਏ। ਇਹ ਮੈਲੋ ਡਰਾਮਾ ਘਰ ਦੇ ਵਿੱਚ ਕੀ ਸੋਚ ਕੇ ਡਿਜ਼ਾਈਨ ਕੀਤਾ ਗਿਆ ਸੀ ਔਰ ਫਾਈਨਲ ਤੱਕ ਪਹੁੰਚਦੇ ਇਹ ਕਿਸ ਦਿਸ਼ਾ ਅਖਤਿਆਰ ਕਰ ਗਿਆ, ਇਹ ਚੀਜ਼ਾਂ ਸਾਡੇ ਸਾਰਿਆਂ ਦੇ ਸਾਹਮਣੇ ਨੇ। ਮੈਂ ਨਹੀਂ ਸਮਝਦਾ ਕਿ ਜਿਵੇਂ ਇਹਨੂੰ ਡਿਜ਼ਾਈਨ ਕੀਤਾ ਗਿਆ ਸੀ ਇਹਦਾ ਐਂਡ ਪੁਆਇੰਟ ਵੀ ਉਸੇ ਤਰ੍ਹਾਂ ਦਾ ਹੋਇਆ। ਸ਼ਾਇਦ ਇਸ ਨੂੰ ਡਿਜ਼ਾਈਨ ਕਰਨ ਵਾਲਿਆਂ ਨੇ ਕਦੇ ਨਾ ਸੋਚਿਆ ਹੋਵੇ ਕਿ ਮੁਲਾਇਮ ਸਿੰਘ ਯਾਦਵ ਇਸ ਤਰ੍ਹਾਂ ਬਿਲਕੁਲ ਹਾਸ਼ੀਏ ਉੱਤੇ ਚਲੇ ਜਾਣਗੇ। ਸ਼ਾਇਦ ਉਹ ਇਹੀ ਸੋਚਦੇ ਹੋਣਗੇ ਕਿ ਮੈਲੋ ਡਰਾਮੇ ਦੇ ਵਿੱਚ ਅਖਿਲੇਸ਼ ਦੀ ਥੋੜੀ ਜਿਹੀ ਸਪੇਸ ਬਣ ਜਾਏਗੀ ਤੇ ਨੇਤਾ ਜੀ ਦਾ ਥੋੜਾ ਜਿਹਾ ਜਿਹੜਾ ਦਬਦਬਾ ਵਾ ਉਹਦਾ ਇਸਤੇਮਾਲ ਕਰ ਲਵਾਂਗੇ। ਪਰ ਹਾਲਾਤ ਇਸ ਤਰੀਕੇ ਦੇ ਨਾਲ ਅੱਗੇ ਵੱਧਦੇ ਗਏ ਕਿ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਉਹ ਬਿਲਕੁਲ ਹਾਸ਼ੀਏ ਤੇ ਚਲੇ ਗਏ ਨੇ। ਔਰ ਜਦੋਂ ਉਹ ਬਿਲਕੁਲ ਹਾਸ਼ੀਏ ਉੱਤੇ ਚਲੇ ਗਏ ਨੇ ਤਾਂ ਉਹਨਾਂ ਕੋਲੇ ਇੱਕ ਬਿਆਨ ਜਿਹੜਾ ਉਹਨਾਂ ਨੇ ਲਗਭਗ ਡਰਾਮੇ ਦੇ ਸ਼ੁਰੂਆਤ ਦੇ ਵਿੱਚ ਹੀ ਦਿੱਤਾ ਸੀ ਕਿ ਮੇਰੀ ਅਸਲ ਲੜਾਈ ਸਮਾਜਵਾਦੀ ਪਾਰਟੀ ਨੂੰ ਬਚਾਈ ਰੱਖਣ ਦੀ ਹੈ। ਹੁਣ ਵੀ ਉਹ ਉਸੇ ਦਲੀਲ ਦੇ ਤਹਿਤ ਅਖਿਲੇਸ਼ ਲਈ ਮੁਹਿੰਮ ਚਲਾਉਣ ਦੀ ਗੱਲ ਕਰ ਰਹੇ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਉਹ 9 ਤਰੀਕ ਤੋਂ ਬਾਅਦ ਮੁਹਿੰਮ ਦੇ ਵਿੱਚ ਸ਼ਾਮਲ ਹੋ ਜਾਣਗੇ। ਇਸੇ ਤਰ੍ਹਾਂ ਸ਼ਿਵਪਾਲ ਜਿਨ੍ਹਾਂ ਨੇ 11 ਮਾਰਚ ਤੋਂ ਬਾਅਦ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਹੁਣ ਉਹ ਚੋਣਾਂ ਦਰਮਿਆਨ ਹੀ ਇਹ ਗੱਲ ਮੰਨ ਗਏ ਨੇ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਇਸ ਸਾਰੇ ਮੈਲੋ ਡਰਾਮੇ ਦੇ ਵਿੱਚ ਸਮਾਜਵਾਦੀ ਪਾਰਟੀ ਨੇ ਜੋ ਖੱਟਿਆ ਉਹ ਅਖਿਲੇਸ਼ ਯਾਦਵ ਦਾ ਚਿਹਰਾ ਪਹਿਲਾਂ ਦੇ ਨਾਲੋਂ ਕਲੀਨ ਕਰ ਦੇਣ ਦੀ ਕਮਾਈ ਹੈ। ਚੋਣਾਂ ਦੇ ਵਿੱਚ ਉਹ ਕਮਾਈ ਕਿੰਨੀ ਕੁ ਉਹਨਾਂ ਨੂੰ ਪੁੱਗਦੀ ਹੈ, ਕਿੰਨੀ ਕੁ ਨਹੀਂ ਪੁੱਗਦੀ, ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ। ਔਰ ਮੈਨੂੰ ਇੱਕ ਗੱਲ ਬਾਰੇ ਬਹੁਤ ਯਕੀਨ ਹੈ ਕਿ ਭਾਰਤੀ ਜਨਤਾ ਪਾਰਟੀ ਜਿਵੇਂ 71 ਸੀਟਾਂ ਲੋਕ ਸਭਾ ਦੀਆਂ ਲੈ ਗਈ ਸੀ, ਉਸੇ ਪੈਟਰਨ ਦੇ ਉੱਤੇ ਉਹ ਵਿਧਾਨ ਸਭਾ ਦੇ ਵਿੱਚ ਰਿਜ਼ਲਟ ਬਿਲਕੁਲ ਵੀ ਦੇਣ ਦੇ ਵਿੱਚ ਸਫਲ ਨਹੀਂ ਰਹੇਗੀ। ਇਹ ਗੱਲ ਬਹੁਤ ਵੱਡੀ ਸੱਚਾਈ ਹੈ ਕਿ ਜਿਸ ਤਰੀਕੇ ਦੇ ਨਾਲ ਯੂਪੀ ਦੀ ਚੋਣ ਲੜੀ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਤਿਕੋਣੀ ਟੱਕਰ ਦੇ ਵਿੱਚ ਹੋਏਗੀ। ਉਹਦੇ ਵਿੱਚ ਬਸਪਾ ਸਰਕਾਰ ਬਣਾਉਣ ਦੇ ਯੋਗ ਹੁੰਦੀ ਹੈ ਕਿ ਨਹੀਂ, ਇਹਦੇ ਬਾਰੇ ਥੋੜੇ ਸ਼ੰਕੇ ਜ਼ਰੂਰ ਨੇ। ਪਰ ਬਸਪਾ ਬੁਰੀ ਤਰ੍ਹਾਂ ਲੋਕ ਸਭਾ ਵਾਂਗ ਹੁੰਜੀ ਨਹੀਂ ਜਾਏਗੀ, ਜਿਵੇਂ ਉਹ ਲੋਕ ਸਭਾ ਦੇ ਵਿੱਚ ਬਿਨਾਂ ਮੰਤਰੀ ਵਾਲੀ ਪਾਰਟੀ ਬਣ ਕੇ ਰਹਿ ਗਈ ਸੀ, ਬਿਨਾਂ MP ਵਾਲੀ ਪਾਰਟੀ ਬਣ ਗਈ ਸੀ। ਉਹ ਬਿਲਕੁਲ ਆਪਣਾ ਹਿੱਸੇਦਾਰੀ ਕਾਫੀ ਲੈ ਜਾਏਗੀ। ਔਰ ਦੂਸਰੇ ਪਾਸੇ ਸਮਾਜਵਾਦੀ ਪਾਰਟੀ ਜਿਹਦੇ ਕੋਲੇ MP ਦੀ ਚੋਣ 'ਚ ਬਹੁਤ ਥੋੜੀਆਂ ਸੀਟਾਂ ਬਚੀਆਂ ਸੀ, ਉਹ ਇਸ ਚੋਣ ਦੇ ਵਿੱਚ ਹੋ ਸਕਦਾ ਦੁਬਾਰਾ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਵਿੱਚ ਸਫਲ ਹੋ ਜਾਵੇ। ਪਰ ਭਾਰਤੀ ਜਨਤਾ ਪਾਰਟੀ ਜੇ ਇਸ ਗੱਲ ਨੂੰ ਵੇਖਿਆ ਜਾਵੇ ਕਿਸੇ ਵੀ ਸੂਰਤ ਦੇ ਵਿੱਚ ਮੈਨੂੰ ਯੂਪੀ ਦੇ ਪੋਲੀਟੀਕਲ ਸੀਨ ਦੇ ਉੱਤੇ ਵਿਧਾਨ ਸਭਾ 'ਚ ਕਾਬਜ਼ ਹੁੰਦੀ ਨਜ਼ਰ ਨਹੀਂ ਆ ਰਹੀ। ਬਾਕੀ ਅਸੀਂ ਯੂਪੀ ਤੋਂ ਪੰਜਾਬ ਦੇ ਮੁਕਾਬਲੇ ਕਾਫੀ ਦੂਰ ਹਾਂ, ਕਿਉਂਕਿ ਯੂਪੀ ਦੇ ਵੀ ਅਲੱਗ-ਅਲੱਗ ਹਿੱਸੇ ਨੇ ਔਰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਤੇ ਸੁਰਾਂ ਵੀ ਨੇ। ਉਹਦੇ ਵਿੱਚ ਅਜੀਤ ਸਿੰਘ ਦੀ ਵੀ ਇੱਕ ਸੁਰ ਹੈ ਜਿਹੜੀ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਬੈਠੇ ਹੋਏ ਪੂਰੀ ਤਰ੍ਹਾਂ ਮਹਿਸੂਸ ਨਾ ਕਰ ਸਕੀਏ। ਉਹਨਾਂ ਚੀਜ਼ਾਂ ਦਾ ਕਿੰਨਾ ਰੋਲ ਰਹੇਗਾ। ਪਰ ਇੱਕ ਗੱਲ ਬਹੁਤ ਕਲੀਅਰ ਹੈ ਕਿ ਬੀਜੇਪੀ ਲੋਕ ਸਭਾ ਨੂੰ ਵਿਧਾਨ ਸਭਾ ਦੇ ਵਿੱਚ ਦੁਹਰਾਉਣ ਦੇ ਬਿਲਕੁਲ ਵੀ ਕਾਬਿਲ ਨਹੀਂ ਰਹੀ। ਇਸ ਸੱਚਾਈ ਨੂੰ ਤਾਂ ਸ਼ਾਇਦ ਉਹ ਖੁਦ ਵੀ ਬਹੁਤ ਆਸਾਨੀ ਦੇ ਨਾਲ ਸਵੀਕਾਰ ਕਰਦੇ ਨੇ। ਪਰ ਜਦੋਂ ਚੋਣਾਂ ਹੁੰਦੀਆਂ ਨੇ ਦਾਅਵਾ ਇਦਾਂ ਹੀ ਕੀਤਾ ਜਾਂਦਾ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਮੁੱਖ ਮੰਤਰੀ ਦੀ ਜਗ੍ਹਾ ਉਹ ਨਰਿੰਦਰ ਮੋਦੀ ਦਾ ਚਿਹਰਾ ਹੀ ਵਰਤਣ ਦਾ ਇਸਤੇਮਾਲ ਕਰਨਗੇ। ਔਰ ਨਰਿੰਦਰ ਮੋਦੀ ਵੀ ਯੂਪੀ ਦੇ ਵਿੱਚ ਕਿੰਨਾ ਕੁ ਕੰਮ ਆਉਣਗੇ ਇਹ ਚੋਣਾਂ ਤੋਂ ਬਾਅਦ ਅਸੀਂ ਵੇਖ ਸਕਾਂਗੇ। ਜੇ ਨਰਿੰਦਰ ਮੋਦੀ ਯੂਪੀ 'ਚ ਨਹੀਂ ਕੰਮ ਆਉਂਦੇ ਤਾਂ ਫਿਰ 2019 ਦੀਆਂ ਚੋਣਾਂ ਦਾ ਇਹ ਸੈਮੀਫਾਈਨਲ ਸੱਚਮੁੱਚ ਭਾਰਤੀ ਜਨਤਾ ਪਾਰਟੀ ਲਈ ਇੱਕ ਖਤਰਨਾਕ ਭਵਿੱਖ ਦਾ ਸਾਈਨ ਦੇ ਕੇ ਚਲਾ ਜਾਵੇਗਾ। ਥੋੜੀ ਜਿਹੀ ਸੀਐਮ ਫੇਸ ਦੀ ਗੱਲ ਕਰੀਏ, ਸੀਐਮ ਦੇ ਚਿਹਰੇ ਦੀ ਗੱਲ ਕਰੀਏ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਕੋਲ ਪੰਜਾਬ ਸੀਐਮ ਦਾ ਚਿਹਰਾ ਨਹੀਂ ਸੀ, ਅਕਾਲੀ ਦਲ ਤੇ ਉਹਨਾਂ ਦੀ ਸਹਿਯੋਗੀ ਬੀਜੇਪੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕੋਲੋਂ ਚੀਫ ਮਿਨਿਸਟਰ ਦਾ ਚਿਹਰਾ ਪੁੱਛਦੀ ਸੀ। ਪਰ ਉਹੀ ਬੀਜੇਪੀ ਜਦੋਂ ਯੂਪੀ ਦੀ ਇਲੈਕਸ਼ਨ ਜਾ ਰਹੀ ਹੈ ਤੇ ਬਿਨਾਂ ਸੀਐਮ ਦੇ ਚਿਹਰੇ ਦੇ ਜਾ ਰਹੀ ਹੈ। ਨਾਲ ਹੀ ਇੱਕ ਮੈਂ ਨਿਊਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਅਸੀਂ ਸਾਰੇ ਹੀ ਜਾਣਦੇ ਹਾਂ ਤਮਿਲਨਾਡੂ ਵਿੱਚ ਦੇ ਸੀਐਮ ਜੈਲਲਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਤੇ ਹੁਣ ਸ਼ਸ਼ੀ ਕਲਾ ਜੋ ਕਿ ਸੀਐਮ ਦੇ ਵੱਲੋਂ ਸਹੁੰ ਲੈਣ ਜਾ ਰਹੀ ਹੈ। ਪਰ ਤਮਿਲਨਾਡੂ ਦੇ ਲੋਕਾਂ ਵੱਲੋਂ ਇਸ ਗੱਲ ਦੀ ਆਬਜੈਕਸ਼ਨ ਪਹਿਲਾਂ ਹੀ ਉਠਾਈ ਜਾ ਰਹੀ ਹੈ ਕਿਉਂਕਿ ਵੋਟਾਂ ਜੈ ਲਲਿਤਾ ਨੂੰ ਪਈਆਂ ਸੀ।
ਪਰ ਇਹੀ ਲੋਕਾਂ ਦੀ ਜੇ ਆਬਜੈਕਸ਼ਨ ਨੂੰ ਪੰਜਾਬ ਅਤੇ ਯੂਪੀ ਚ ਖਾਸ ਕਰਕੇ ਹੁਣ ਮਿਲਾ ਕੇ ਦੇਖਾਂ ਤੇ ਬੀਜੇਪੀ ਦਾ ਬਿਨਾ ਸੀਐਮ ਫੇਸ ਦੇ ਬਿਨਾ ਚੀਫ ਮਿਨਿਸਟਰ ਦੇ ਚਿਹਰੇ ਦੇ ਜਾਣਾ ਤੇ ਕੀ ਇਹ ਸਿੱਧਾ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪਾਲਿਸੀਆਂ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਹੋ ਰਹੀ ਤੇ ਜੇ ਹਾਰ ਹੁੰਦੀ ਆ ਤੇ ਹਾਰ ਮੋਦੀ ਸਾਹਿਬ ਦੀ ਹੋਊਗੀ ਜਾਂ ਫਿਰ ਬੀਜੇਪੀ ਦੀ ਯੂਪੀ ਯੂਨਿਟ ਦੀ ਹੋਊਗੀ। ਹਰਪ੍ਰੀਤ ਜੀ, ਜਿਸ ਤਰ੍ਹਾਂ ਤੁਸੀਂ ਹਾਰ ਦੀ ਗੱਲ ਕੀਤੀ ਹੈ, ਜਿਵੇਂ ਅੱਗੇ 2019 ਦੀਆਂ ਚੋਣਾਂ ਵੀ ਆ ਜਾਂਦੀਆਂ ਨੇ, ਚਾਹੇ ਉੱਥੇ ਸੀਐਮ ਦਾ ਕੋਈ ਆਪਣਾ ਚਿਹਰਾ ਮੋਹਰਾ ਬੀਜੇਪੀ ਦੱਸ ਦੇਵੇ ਜਾਂ ਨਾ ਦੱਸ ਦੇਵੇ, ਜੇ ਉੱਥੇ ਬੀਜੇਪੀ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੁੰਦੀ ਹੈਗੀ ਤਾਂ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਜਿਹੜੇ ਅਕਸ ਦੇ ਉੱਤੇ ਫੇਰ ਵੀ ਪ੍ਰਭਾਵਿਤ ਜਿਹੜੀ ਹੈਗੀ ਉਹ ਚੀਜ਼ ਹੋਏਗੀ। ਜੇ ਉੱਥੇ ਸੀਐਮ ਕੈਂਡੀਡੇਟ ਵੀ ਅਨਾਉਂਸ ਕਰ ਦੇਣ ਤਾਂ ਵੀ ਇਹ ਚੀਜ਼ ਜਿਹੜੀ ਹੈਗੀ ਉਹ ਮੋਦੀ ਸਾਹਿਬ ਦੇ ਚਿਹਰੇ ਦੇ ਉੱਤੇ ਜਾਂ ਉਹਦੇ ਆਉਣ ਵਾਲੀ ਸਿਆਸੀ ਭਵਿੱਖ ਦੇ ਉੱਤੇ ਕੁਛ ਨਾ ਕੁਛ ਜਿਹੜਾ ਅਸਰ ਅੰਦਾਜ਼ ਹੋਣ ਜਾ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਮੈਂ ਇਹ ਨਹੀਂ ਕਹਿ ਰਿਹਾ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਇਹ ਕਹਿ ਰਿਹਾ ਕਿ ਉਹ ਉੱਥੇ ਕਾਮਯਾਬ ਨਹੀਂ ਹੋਣ ਜਾ ਰਹੇ, ਪਰ ਕਿਉਂਕਿ ਉਹਨਾਂ ਦੇ ਮੇਨ ਸਟਾਰ ਪ੍ਰਚਾਰਕ ਹੈ, ਉਹਨਾਂ ਦਾ ਸਭ ਤੋਂ ਵੱਡਾ ਬੀਜੇਪੀ ਦਾ ਚਿਹਰਾ ਮੋਹਰਾ ਅੱਜ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਨੇ। ਸੋ ਕਿਤੇ ਵੀ ਬੀਜੇਪੀ ਦੀ ਹਾਰ ਜਾਂ ਕਿਤੇ ਵੀ ਜਿਹੜੀ ਹੈਗੀ ਜਿੱਤ ਉਹ ਉਹਨਾਂ ਨਾਲ ਜੋੜ ਹੀ ਦਿੱਤੀ ਜਾਏਗੀ। ਆਪਾਂ ਇੱਕ ਮੰਦਰ ਮੁੱਦੇ ਦੀ ਗੱਲ ਪਿੱਛੇ ਕੀਤੀ ਸੀ, ਮੈਂ ਉਹਦੇ ਤੇ ਇੰਨਾ ਕੁ ਕਹਿਣਾ ਚਾਹਾਂਗਾ, ਉਹ ਮੰਦਰ ਮੁੱਦਾ ਉਦੋਂ ਸ਼ੁਰੂ ਹੋਇਆ ਬੀਜੇਪੀ ਵਾਸਤੇ ਜਦੋਂ ਟੋਟਲ ਜਿਹੜੀ ਹੈਗੀ ਪੋਲਰਾਈਜੇਸ਼ਨ ਦੀ ਨੀਤੀ ਦੇ ਨਾਲ ਜਿਹੜੀ ਹੈਗੀ ਕਾਂਗਰਸ ਪਾਰਟੀ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਚੁੱਕੀ ਸੀ। ਉਦੋਂ ਉਹਨਾਂ ਨੇ ਇਹ ਮੋੜ ਦਿੱਤਾ, ਮੰਦਰ ਨੂੰ ਇਸ਼ੂ ਬਣਾਇਆ। ਮੇਰਾ ਜਿੱਥੋਂ ਤੱਕ ਖਿਆਲ ਹੈ ਬਾਰ-ਬਾਰ ਬੀਜੇਪੀ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਜਿਹੜਾ ਹੁਣ ਗੱਠਜੋੜ ਐਸਪੀ ਦਾ ਤੇ ਕਾਂਗਰਸ ਦਾ ਹੋਇਆ, ਇਹਦਾ ਮੁੱਖ ਆਧਾਰ ਜਿਹੜੀ ਮੁਸਲਿਮ ਵੋਟ ਦੋਹਾਂ ਪਾਰਟੀਆਂ ਨਾਲ ਜੁੜੀ ਹੋਈ ਸੀ ਉਹਨੂੰ ਕੰਸੋਲੀਡੇਟ ਕਰਕੇ ਇੱਕ ਥਾਂ ਲਿਆ ਕੇ ਉਹਨਾਂ ਦਾ ਫਾਇਦਾ ਲੈਣਾ ਦੀ ਇੱਕ ਬਹੁਤ ਵੱਡਾ ਉਹਦੇ ਪਿੱਛੇ ਫੈਕਟਰ ਸੀ। ਮੈਂ ਇਹ ਨਹੀਂ ਕਹਿੰਦਾ ਕਿ ਕੱਲਾ ਰੋਲ ਇੱਕ ਹੀ ਫੈਕਟਰ ਹੋਏਗਾ, ਬਾਕੀ ਵੋਟ ਵੀ ਜਿਹੜੀ ਉਹਨਾਂ ਨਾਲ ਜੁੜੀ ਹੋਈ ਹੈ ਉਹ ਇੱਕ ਥਾਂ ਤੇ ਆਉਣ ਦਾ ਨਾਲ ਉਹਨਾਂ ਨੂੰ ਫਾਇਦਾ ਹੋਏਗਾ। ਔਰ ਤੁਸੀਂ ਦੇਖੋ ਜਦੋਂ ਇਹ ਚੀਜ਼ ਹੁੰਦੀ ਆ ਬੀਜੇਪੀ ਵਾਸਤੇ ਪ੍ਰਤੱਖ ਤੌਰ ਤੇ ਇੱਕ ਥਾਂ ਖੜੀ ਮੁਸਲਿਮ ਵੋਟ ਜਿਹੜੀ ਹੈਗੀ ਬਹੁਤ ਵੱਡਾ ਚੈਲੰਜ ਬਣ ਜਾਂਦੀ ਹੈ। ਉਦੋਂ ਫਿਰ ਉਹ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਦੀ ਗੱਲ ਕਰਨੀ ਉਹਨਾਂ ਦੀ ਮਨਜ਼ੂਰੀ ਹੋ ਜਾਂਦੀ ਹੈ। ਅਦਰਵਾਈਜ਼ ਮੈਨੂੰ ਨਹੀਂ ਪਤਾ ਮੇਰੇ ਨਾਲ ਕੋਈ ਸਹਿਮਤ ਹੋਏਗਾ ਜਾਂ ਨਹੀਂ ਸਹਿਮਤ ਹੋਏਗਾ, ਉਹਨਾਂ ਦਾ ਆਪਣੇ ਵਿਚਾਰਧਾਰਾ ਜਾਂ ਆਪਣੀ ਵਿਚਾਰਾਂ ਦੀ ਕੋਈ ਰੂਪਰੇਖਾ ਹੋ ਸਕਦੀ ਹੈ ਕਿਵੇਂ ਸੋਚਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਬੀਜੇਪੀ ਇਸ ਆਪਣੇ ਜਾਲ ਦੇ ਪਿੰਜਰੇ ਵਿੱਚੋਂ ਕਿ ਉਹ ਕੱਲੇ ਹਿੰਦੂਆਂ ਦੀ ਪਾਰਟੀ ਹੈ ਯੂਪੀ 'ਚ ਬਾਰ-ਬਾਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ, ਪਰ ਮੈਨੂੰ ਲੱਗਦਾ ਕਿ ਹਾਲ ਤੱਕ ਉਹਨਾਂ ਦੀ ਜਿਹੜੀ ਇਹ ਕੋਸ਼ਿਸ਼ ਹੈ ਉਹ ਕਾਮਯਾਬ ਨਹੀਂ ਹੋ ਸਕੀ। ਜਦੋਂ ਉਹ ਕਾਮਯਾਬ ਨਹੀਂ ਹੁੰਦੇ ਹੈਗੇ ਤਾਂ ਕਦੇ ਫਿਰ ਉਹ ਮੁੜ ਸ਼ਾਇਦ ਵੋਟ ਪੋਲਰਾਈਜੇਸ਼ਨ ਦੀ ਰਾਜਨੀਤੀ ਵੱਲ ਅਖੀਰ ਤੇ ਆਉਣਾ ਕਰਦੇ ਨੇ, ਪਰ ਮੈਨੂੰ ਲੱਗਦਾ ਕਿ ਉਹਦਾ ਉਹਨਾਂ ਨੂੰ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ। ਸੋ ਜਿਹੜੀ ਤੁਸੀਂ ਗੱਲ ਇਹ ਕੀਤੀ ਹੈ ਕਿ ਉਹ ਚੀਜ਼ ਨੂੰ ਜਿਹੜੀ ਜੇ ਆਪਾਂ ਉਹ ਸ਼ਸ਼ੀ ਕਲਾ ਨਟਰਾਜਨ ਜੀ ਦੀ ਗੱਲ ਆਪਾਂ ਕਰਦੇ ਹਾਂ, ਠੀਕ ਹੈ ਵੋਟ ਉਹਨਾਂ ਨੂੰ ਪਈ ਸੀ ਜੈਲਲਤਾ ਜੀ ਨੂੰ, ਪਰ ਪਈ ਤਾਂ ਉਹਨਾਂ ਦੀ ਪਾਰਟੀ ਦੀ ਨੂੰ ਸੀ। ਸੋ ਇਹ ਗੱਲਾਂ ਤਾਂ ਸਿਰਫ ਜਿਹੜੀ ਉਹਦੇ ਤੇ ਉਠਾਏ ਜਾ ਰਹੇ ਨੇ ਸਵਾਲ ਕਿ ਉਹਨਾਂ ਨੂੰ ਜੈਲਲਤਾ ਜੀ ਨੂੰ ਵੋਟ ਪਈ ਸੀ, ਇਹ ਇਹਨਾਂ ਦੀ ਜੇ ਐਲੀਵੇਸ਼ਨ ਹੁੰਦੀ ਹੈ ਸੀਐਮ ਦੀ, ਇਹ ਵਿਰੋਧੀ ਪਾਰਟੀਆਂ ਦੇ ਹੱਥ ਕੰਡੇ ਨੇ। ਨਹੀਂ ਤਾਂ ਪਾਰਟੀ ਹੈ, ਜੇ ਉਹ ਪਾਰਟੀ ਸਰਬਸੰਮਤੀ ਨਾਲ ਚੁਣਦੀ ਹੈ ਤਾਂ ਮੇਰੇ ਖਿਆਲ ਵਿਧਾਨਕ ਤੌਰ ਤੇ ਤਾਂ ਕੋਈ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਸਵਾਲ ਨਹੀਂ ਉੱਠ ਸਕਦਾ ਹੈਗਾ। ਪਰ ਹਾਂ ਉਹਨਾਂ ਦੀ ਆਪਣੀ ਪਰਸਨੈਲਿਟੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ, ਜਦੋਂ ਉਹ ਚੋਣਾਂ ਜਾਣਗੇ ਉਦੋਂ ਹੀ ਉਸ ਚੀਜ਼ ਦਾ ਫੈਸਲਾ ਹੋ ਪਾਏਗਾ। ਸੀਪੀ ਸਿੰਘ ਜੀ ਜੇ ਗੱਲ ਕਰੀਏ ਅਜੀਤ ਜੀ ਦੀ ਗੱਲ ਦੀ, ਤੇ ਅਜੀਤ ਜੀ ਨੇ ਕਿਤੇ ਨਾ ਕਿਤੇ ਮੁਸਲਿਮ ਵੋਟ ਨੂੰ ਪੋਲਰਾਈਜ਼ ਕਰਨ ਦੀ ਗੱਲ ਕੀਤੀ ਆ, ਪਰ ਉਹਦੇ ਨਾਲ ਹੀ ਬੀਜੇਪੀ ਨੇ ਵੀ ਮੁਸਲਿਮ ਵੋਟ ਨੂੰ ਲੁਭਾਉਣ ਵਾਸਤੇ ਜੋ ਟ੍ਰਿਪਲ ਤਲਾਕ ਦਾ ਮੁੱਦਾ ਸੀ ਕਿਤੇ ਨਾ ਕਿਤੇ ਉਹਨੂੰ ਵਾਪਸ ਬਹਿਸ ਦਾ ਇਸ਼ੂ ਬਣਾ ਦਿੱਤਾ ਵਾ। ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵੱਲੋਂ ਬੀਜੇਪੀ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਟ੍ਰਿਪਲ ਤਲਾਕ ਉੱਤੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਆਪਣੇ ਵਿਚਾਰ ਜਾਂ ਆਪਣਾ ਪੱਖ ਲੋਕਾਂ ਅੱਗੇ ਜ਼ਰੂਰ ਰੱਖੇ। ਇੱਕ ਪਾਸੇ ਟ੍ਰਿਪਲ ਤਲਾਕ ਦਾ ਮੁੱਦਾ, ਦੂਜੇ ਪਾਸੇ ਰਾਮ ਮੰਦਿਰ ਦਾ ਮੁੱਦਾ।
ਦੇਖੋ ਇਹ ਮੁੱਦਾ ਹੁਣ ਕਿਉਂ ਉੱਠਿਆ, ਸਭ ਤੋਂ ਵੱਡੀ ਕੁਐਸਚਨ ਤਾਂ ਇਹ ਹੈ। ਸੁਪਰੀਮ ਕੋਰਟ ਨੇ ਜਦੋਂ ਸੈਂਟਰ ਤੋਂ ਕੁਐਸਚਨ ਕੀਤਾ ਹੈ ਤਾਂ ਇਹ ਬਿਲਕੁਲ ਇੱਕ ਚਰਚਾ ਦਾ ਵਿਸ਼ਾ ਬਣਨਾ ਹੀ ਸੀਗਾ, ਔਰ ਕਈ ਐਸੀਆਂ ਮੁਸਲਿਮ ਜਥੇਬੰਦੀਆਂ ਜਿਨ੍ਹਾਂ ਨੇ ਕਿ ਇਹਦੇ ਖਿਲਾਫ ਮੁਹਿੰਮ ਕੀਤੀ, ਕੋਈ ਇਹਦੇ ਪੱਖ ਦੇ ਵਿੱਚ ਆ ਰਹੇ ਨੇ, ਔਰ ਕਿਤੇ ਨਾ ਕਿਤੇ ਇਹ ਪੂਰੀ ਤਰ੍ਹਾਂ ਜੰਗ ਸ਼ੁਰੂ ਹੋ ਗਈ ਹੈ ਉੱਥੇ ਟ੍ਰਿਪਲ ਤਲਾਕ ਦੀ, ਜਿਹੜੇ ਕਿ ਜਿਹਨੇ ਨੇ ਕਿ ਇੱਕ ਰਾਜਨੀਤੀ ਦਾ ਇੱਕ ਮੇਨ ਜਿਹੜਾ ਮੁੱਦਾ ਬਣ ਕੇ ਰਹਿ ਜਾਣਾ ਹੈ। ਕਿਉਂਕਿ ਦੇਖੋ ਇਲੈਕਸ਼ਨ ਕਮਿਸ਼ਨ ਨੇ ਇਹ ਚੀਜ਼ ਕਲੀਅਰ ਕਰਤੀ ਸੀ ਕਿ ਧਰਮ ਨਾਲ ਤੁਸੀਂ ਕੋਈ ਵੀ ਰਾਜਨੀਤਿਕ ਰੈਲੀ ਜਾਂ ਰਾਜਨੀਤਿਕ ਆਪਣੀ ਜਿਹੜੀ ਇਕੱਠ ਹੋਏਗਾ ਉੱਥੇ ਲੋਕਾਂ ਨੂੰ ਸੰਬੋਧਨ ਨਹੀਂ ਕਰ ਸਕਦੇ, ਬਟ ਫਿਰ ਵੀ ਪੰਜਾਬ ਦੇ ਵਿੱਚ ਦੇਖ ਲਓ ਜਾਂ ਹੁਣ ਯੂਪੀ ਦੇ ਵਿੱਚ ਦੇਖ ਲਓ, ਸੇਮ ਚੀਜ਼ਾਂ ਅਪਲਾਈ ਹੋ ਰਹੀਆਂ, ਔਰ ਇਸ ਚੀਜ਼ ਨੂੰ ਬੜਾਵਾ ਦੇਣ ਲਈ ਸ਼ਾਇਦ ਜਿਹੜਾ ਇਹ ਸੁਪਰੀਮ ਕੋਰਟ ਦਾ ਐਕਟ ਆਇਆ। ਲੇਕਿਨ ਪਰ ਫਿਰ ਇੱਥੇ ਅਗਰ ਅਸੀਂ ਡੈਪਥ ਦੇ ਵਿੱਚ ਦੇਖੀਏ ਹਰਪ੍ਰੀਤ ਜੀ, ਤਾਂ ਬਹੁਤ ਜ਼ਿਆਦਾ ਲੋਕੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਔਰ ਬਹੁਤ ਜ਼ਿਆਦਾ ਖਿਲਾਫ ਹੋਏ ਨੇ, ਔਰ ਮੇਨ ਚੀਜ਼ ਤਾਂ ਇਹ ਦੇਖਣ ਵਾਲੀ ਹੈ ਕਿ ਇਸ ਨੂੰ ਬੀਜੇਪੀ ਅਗਰ ਆਪਣੇ ਖੇਮੇ ਦੇ ਵਿੱਚ ਸਿੱਟਣਾ ਚਾਹੇਗੀ, ਔਰ ਜਾਂ ਉਹ ਇਹ ਵੇਟ ਕਰ ਰਹੀ ਹੈ ਕਿ ਸਮਾਜਵਾਦੀ ਪਾਰਟੀ ਔਰ ਕਾਂਗਰਸ ਦਾ ਕੀ ਰਿਐਕਸ਼ਨ ਆਉਂਦਾ ਹੈ। ਹਾਲਾਂਕਿ ਕੁਝ ਇੱਕ ਨੇਤਾਵਾਂ ਨੇ ਇਸ ਦੇ ਉੱਪਰ ਕਿਹਾ ਵੀ ਹੈ ਕਿ ਇਹ ਪੂਰੇ ਦੇਸ਼ ਦਾ ਜਿਹੜਾ ਸਿਸਟਮ ਹੈ 3 ਤਲਾਕ ਵਾਲਾ, ਉਹ ਉਹਦੇ ਖਿਲਾਫ ਜਾਂਦੇ ਹੈ, ਪਰ ਕਿਤੇ ਨਾ ਕਿਤੇ ਕੰਟਰੋਵਰਸੀ ਦਾ ਮੁੱਦਾ ਕ੍ਰੀਏਟ ਕਰ ਦਿੱਤਾ ਹੈ ਬੀਜੇਪੀ ਨੇ, ਜਾਂ ਕਹਿ ਲਓ ਜਾਂ ਸੁਪਰੀਮ ਕੋਰਟ ਨੇ ਜਦੋਂ ਸੈਂਟਰ ਤੋਂ ਇਹਦਾ ਜਵਾਬ ਮੰਗਿਆ। ਪਰ ਇਹ ਚੀਜ਼ ਅਲਟੀਮੇਟਲੀ ਜੇ ਮੇਰਾ ਤੁਸੀਂ ਓਪੀਨੀਅਨ ਲਓ ਤਾਂ 3 ਤਲਾਕ ਵਾਲਾ ਜਿਹੜਾ ਹੈਗਾ ਇਹ ਇਕੱਲਾ ਇੰਡੀਆ ਦੇ ਵਿੱਚ ਨਹੀਂ ਹੈ, ਹੋਰ ਕੰਟਰੀਜ਼ ਦੇ ਵਿੱਚ ਵੀ ਐਸੇ ਕੰਟਰੀ ਹੈ ਜਿੱਥੇ ਇਹ ਚੀਜ਼ ਚੱਲ ਰਹੀ ਹੈ। ਬਟ ਇਸ ਟਾਈਮ ਤੇ ਇਲੈਕਸ਼ਨ ਦੇ ਨੇੜੇ ਆ ਕੇ ਜਦੋਂ ਅਸੀਂ ਇਹ ਮੁੱਦਾ ਚੱਕਦੇ ਆ ਤਾਂ ਇਹ ਕਲੀਅਰ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਸਿੱਧਾ ਪੋਲਿਟਿਕਸ ਔਰ ਰਾਜਨੀਤੀ ਦੇ ਨਾਲ ਮਿਲਾ ਕੇ ਇਹਨੂੰ ਉਠਾਇਆ ਗਿਆ, ਔਰ ਸ਼ਾਇਦ ਇਸੇ ਕਰਕੇ ਬੀਜੇਪੀ ਜਾਂ ਜਿਹੜੇ ਹੋਰ ਕਈ ਸੰਗਠਨ ਹੈ ਇਹਦੇ ਵਿਰੋਧ ਜਾਂ ਇਹਦੇ ਪੱਖ ਹੋਣ ਦੀ ਗੱਲ ਕਰਦੇ ਆ। तो किते ना किते राजनीति इंस्पायर्ड है, और धर्म नूं जिहड़ा राजनीति दे विच लैके आ रहे ने वो तो एक विषय है ही, और जिहड़ा कि बहुत ही गलत है। एक थोड़ा जब मैं मुद्दा होर छेड़ना चाहूंगा, इवन दो कि राजनाथ सिंह ने यह मुद्दा यूपी विच तो नहीं उठाया पर उत्तराखंड च उठाया वा, क्योंकि उत्तराखंड च भी इलेक्शन आने वाली है कि पाकिस्तान दे सिटीजन जो पाकिस्तान दे विच रेफरेंडम करवाना चाहिए, किते उन्हां दे सिटीजन इंडिया विच नहीं होना चाहुंदे। जे असी इलेक्शन की गल करिए तो चाहे बिहार होवे, चाहे उत्तराखंड होवे, चाहे यूपी होवे, किते ना किते वोट नूं पोलराइज करने की कोशिश राम मंदिर या फिर देश भगती नूं लैके या फिर पाकिस्तान नाल जोड़ के बीजेपी वालों की जाती रही आ। बिहार च भी सानू ये चीज वेखण नूं मिली सी, उत्तराखंड च भी किते ना किते यही चीज वेखण नूं मिली, तो शायद यूपी विच भी वेखण नूं मिले कि बीजेपी दा ये हथकंडा एरकी बीजेपी नूं कामयाबी दिवाऊगा। ਹਰਪ੍ਰੀਤ ਜੀ, ਜੇ ਅਸੀਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਟੋਟਲ ਰਾਜਨੀਤੀ ਦੀ, ਸ਼ਬਦ ਉਹਦੇ ਲਈ ਜਿਹੜੇ ਮਰਜ਼ੀ ਇਸਤੇਮਾਲ ਕਰ ਲੈ ਜਾਣ, ਅਸਲ ਤੋੜ ਜਿਹੜਾ ਉਹ ਇੱਕੇ ਨੁਕਤੇ ਤੇ ਆ ਕੇ ਤੁਰਦਾ ਵਾ ਕਿ ਉਹ ਹਿੰਦੂ ਵੋਟ ਨੂੰ ਦੀ ਕਤਾਰਬੰਦੀ ਆਪਣੇ ਪੱਖ ਦੇ ਵਿੱਚ ਕਰਨਾ ਚਾਹੁੰਦੇ ਨੇ। ਜਦੋਂ ਮੰਦਰ ਦੇ ਨਾਲ 3 ਤਲਾਕ ਨੂੰ ਜੋੜ ਲਿਆ ਜਾਂਦਾ ਤਾਂ ਇਹ ਇੱਕ ਹਿੰਦੂ ਕਤਾਰਬੰਦੀ ਕਰਨ ਦਾ ਇੱਕ ਪੂਰੇ ਦਾ ਪੂਰਾ ਯਤਨ ਹੈ। ਈਵਨ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਦੇਸ਼ ਭਗਤੀ, ਈਵਨ ਨੋਟਬੰਦੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਸ਼ ਭਗਤੀ ਦੇ ਨਾਂ ਦੇ ਉੱਤੇ ਜਦੋਂ ਉਭਾਰ ਕੇ ਪੇਸ਼ ਕੀਤਾ ਜਾਂਦਾ ਉਸੇ ਚੀਜ਼ ਨੂੰ ਬੀਜੇਪੀ ਦੇਸ਼ ਭਗਤੀ ਕਨਸੀਵ ਕਰਦੀ ਹੈ, ਜਿਹੜੀ ਨਾਲ ਹਿੰਦੂ ਪੋਲਰਾਈਜੇਸ਼ਨ ਜਿਹੜੀ ਆ ਉਹਦੇ ਹੱਕ ਦੇ ਵਿੱਚ ਕਤਾਰਬੰਦ ਹੁੰਦੀ ਹੋਵੇ ਨਜ਼ਰ ਆਵੇ। ਬੀਜੇਪੀ ਦਾ ਇਹ ਹਥਿਆਰ ਬਿਲਕੁਲ ਹੀ ਭਾਰਤ ਦੀ ਵੰਨ-ਸੁਵੰਨਤਾ ਦੇ ਖਿਲਾਫ ਹੈ, ਔਰ ਭਾਰਤ ਦੀ ਵੰਨ-ਸੁਵੰਨਤਾ ਇਹ ਡਿਮਾਂਡ ਕਰਦੀ ਆ ਕਿ ਇੱਥੇ ਘੱਟ ਗਿਣਤੀਆਂ ਨੂੰ ਵੀ ਮਾਨਤਾ ਦਿੱਤੀ ਜਾਵੇ, ਇੱਥੇ ਦਲਿਤ ਸਮਾਜ ਨੂੰ ਵੀ ਮਾਨਤਾ ਦਿੱਤੀ ਜਾਵੇ, ਇੱਥੇ ਜੇ ਮਦਰਾਸੀ ਹਿੰਦੂ, ਬੰਗਾਲੀ ਹਿੰਦੂ, ਗੁਜਰਾਤੀ ਹਿੰਦੂ ਦੇ ਵਿੱਚ ਜਿਹੜੇ ਵਖਰੇਵੇਂ ਨੇ ਧਰਮ ਦੀ ਸਾਂਝ ਦੇ ਬਾਵਜੂਦ ਉਹਨਾਂ ਵਖਰੇਵਿਆਂ ਨੂੰ ਵੀ ਮਾਨਤਾ ਦਿੱਤੀ ਜਾਵੇ। ਪਰ ਭਾਰਤੀ ਜਨਤਾ ਪਾਰਟੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ, ਕਿ ਉਸ ਚੀਜ਼ ਨੂੰ ਪੂਰਾ ਦੇਸ਼ ਸਮਝਦੀ ਹੈ ਜਿਹੜੀ ਉੱਤਰੀ ਭਾਰਤ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ। ਸਾਡੀਆਂ ਜਿਹੜੀਆਂ ਈਵਨ ਬੜੀ ਹਾਸੋਹੀਣੀ ਗੱਲ ਹੀ ਲੱਗਦੀ ਹੈ ਕਿ ਜਦੋਂ ਸਾਡੀ CBSE ਦੇ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਜਿਹੜਾ ਲਦਾਖ ਆ ਉਹ ਭਾਰਤ ਦੇ ਇਸ ਕੋਨੇ ਦੇ ਵਿੱਚ ਪੈਂਦਾ, ਔਰ ਦਿਲਚਸਪ ਗੱਲ ਹੈ ਕਿ ਉਹ ਕਿਤਾਬਾਂ ਲਦਾਖ 'ਚ ਵੀ ਪੜ੍ਹਾਈਆਂ ਜਾਂਦੀਆਂ ਨੇ, ਔਰ ਲਦਾਖ ਦੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਭਾਰਤ ਦੇ ਇਸ ਪਾਸੇ ਪੈਂਦੇ ਹੋ।
ਹਾਲਾਂਕਿ ਉਹ ਜਿਹੜੇ ਲੋਕ ਉਸ ਸਿਲੇਬਸ ਨੂੰ ਲਿਖਦੇ ਨੇ ਉਹ ਦਿੱਲੀ 'ਚ ਬੈਠ ਕੇ ਲਿਖਦੇ ਨੇ ਔਰ ਉਸ ਤਰੀਕੇ ਦੇ ਨਾਲ ਸ਼ਬਦ ਲਿਖ ਦਿੰਦੇ ਨੇ ਜਿਹੜੇ ਲਦਾਖ 'ਚ ਵੀ ਉਸੇ ਤਰ੍ਹਾਂ ਹੀ ਨੰਬਰ ਵਿਦਿਆਰਥੀ ਨੂੰ ਦਿਵਾਉਣਗੇ ਜਿਵੇਂ ਦਿੱਲੀ ਦੇ ਵਿੱਚ ਬੈਠੇ ਹੋਏ ਲੋਕ ਦੇਖਦੇ ਨੇ। ਮੈਂ ਜਿਵੇਂ ਸ਼ੁਰੂ 'ਚ ਵੀ ਕਿਹਾ ਸੀ, ਅਸੀਂ ਅਸਲ ਦੇ ਵਿੱਚ ਭਾਰਤ ਨੂੰ ਉੱਤਰੀ ਭਾਰਤ ਦੇ ਵਿੱਚ ਬੈਠ ਕੇ ਕਨਸੀਵ ਕਰਦੇ ਹਾਂ, ਉਹਦੇ ਵਿੱਚ ਅਸੀਂ ਦਿੱਲੀ ਨੂੰ ਕੇਂਦਰ ਬਣਾ ਲੈਂਦੇ ਹਾਂ, ਪਰ ਪੋਲਿਟਿਕਸ ਦਾ ਕੇਂਦਰ ਜਿਹੜਾ ਉਹ ਬਿਹਾਰ ਤੇ ਯੂਪੀ ਬਣ ਜਾਂਦੇ ਨੇ। ਇੱਕ ਗੱਲ ਮੈਂ ਥੋੜੀ ਜਿਹੀ ਅਜੀਤ ਜੀ ਨੂੰ ਦਰੁਸਤ ਕਰਦਿਆਂ ਕਿ ਜਦੋਂ ਮੰਦਰ ਦਾ ਮੁੱਦਾ ਆਇਆ ਸੀ ਉਦੋਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਿਲਕੁਲ ਨਹੀਂ ਸੀ ਚੋਣਾਂ ਦੇ ਲਿਹਾਜ਼ ਨਾਲ ਵੀ। ਉਦੋਂ ਵੀਪੀ ਸਿੰਘ ਦਾ ਰਾਜ ਸੀ ਜਿਨੇ ਕਾਂਗਰਸ ਨੂੰ ਬੋਫਰਜ਼ ਕਾਂਡ ਦੇ ਸਵਾਲ ਦੇ ਉੱਤੇ ਮਾਤ ਦੇ ਕੇ ਸਰਕਾਰ ਬਣਾਈ ਸੀ। ਉਸ ਸਰਕਾਰ ਨੂੰ ਲੈਫਟ ਦੀ ਸਪੋਰਟ ਵੀ ਸੀ ਇੱਕ ਪਾਸੇ ਤੋਂ ਤੇ ਦੂਜੇ ਪਾਸੇ ਤੋਂ ਭਾਰਤੀ ਜਨਤਾ ਪਾਰਟੀ ਦੀ ਵੀ ਸਪੋਰਟ ਸੀ। ਜਦੋਂ ਚੋਣਾਂ ਨਜ਼ਦੀਕ ਆਈਆਂ, ਜਦੋਂ ਹਾਲਾਤ ਬਣਦੇ ਹੋਏ ਨਜ਼ਰ ਆਏ ਤਾਂ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੇ ਰਥ ਚਲਾ ਦਿੱਤਾ ਔਰ ਉਸ ਰਥ ਦੇ ਬਦਲ ਦੇ ਵਿੱਚ ਵੀਪੀ ਸਿੰਘ ਨੇ ਮੰਡਲ ਦਾ ਮੁੱਦਾ ਲਿਆ। ਉਦੋਂ ਤੋਂ ਸਾਡੀ ਭਾਰਤ ਦੀ ਰਾਜਨੀਤੀ ਦੇ ਵਿੱਚ ਮੰਡਲ ਤੇ ਕਮੰਡਲ ਦੋ ਸ਼ਬਦ ਸ਼ਾਮਲ ਹੋ ਗਏ ਨੇ। ਇਸ ਕਰਕੇ ਉਹਨੂੰ ਕਾਂਗਰਸ ਦੀ ਮਜ਼ਬੂਤੀ ਨਾਲ ਜੋੜ ਕੇ ਬਿਲਕੁਲ ਨਾ ਵੇਖਿਆ ਜਾਵੇ ਕਿਉਂਕਿ ਇਹ ਹਿਸਟੋਰੀਕਲੀ ਰੋਂਗ ਕਨਸੈਪਟ ਆ ਔਰ ਲੋਕਾਂ ਨੂੰ ਅਸੀਂ ਜ਼ਿੰਮੇਵਾਰ ਹਾਂ ਕਿ ਅਸੀਂ ਲੋਕਾਂ ਨੂੰ ਤੱਥਾਂ ਦੇ ਆਧਾਰ ਦੇ ਉੱਤੇ ਘੱਟੋ ਘੱਟ ਗਲਤ ਜਾਣਕਾਰੀ ਨਾ ਦਈਏ। ਸਿਆਸੀ ਤੌਰ ਤੇ ਦੇ ਉੱਤੇ ਅਸੀਂ ਵਿਚਾਰਧਾਰਕ ਦੇ ਤੌਰ ਦੇ ਉੱਤੇ ਸਾਡੀ ਕੋਈ ਵੱਖਰੀ ਸੇਧ ਹੋ ਸਕਦੀ ਆ, ਉਹਦੇ 'ਚ ਜਿਹੜੀ ਗੜਬੜ ਹੁੰਦੀ ਉਹ ਬੇਸ਼ੱਕ ਹੋ ਜਾਵੇ, ਹੁੰਦੀ ਰਹਿੰਦੀ ਹੁੰਦੀ ਅਕਸਰ, ਉਹਨੂੰ ਰੋਕਿਆ ਵੀ ਨਹੀਂ ਜਾ ਸਕਦਾ ਕਿਉਂਕਿ ਨਿਰਪੱਖ ਕੋਈ ਨਹੀਂ ਆ। ਮੈਂ ਵੀ ਆਪਣੇ ਆਪ ਨੂੰ ਕੋਈ ਨਿਰਪੱਖ ਸ਼ੋ ਨਹੀਂ ਕਰਦਾ, ਮੈਂ ਬਿਲਕੁਲ ਮੰਨ ਕੇ ਚੱਲਦਾ ਕਿ ਮੈਂ ਆਈਡੀਓਲੋਜੀਕਲੀ ਇੱਕ ਪੱਖ ਰੱਖਦਾ ਹਾਂ ਔਰ ਆਪਣੇ ਉਸ ਪੱਖ ਦੇ ਆਧਾਰ ਦੇ ਉੱਤੇ ਬਾਕੀ ਚੀਜ਼ਾਂ ਨੂੰ ਵਿਸ਼ਲੇਸ਼ਣ ਕਰਨ ਦਾ ਯਤਨ ਕਰਦਾ। ਇਹ ਹੱਕ ਸਾਰਿਆਂ ਨੂੰ ਹੀ ਆ ਔਰ ਸਭ ਨੂੰ ਹੱਕ ਆਪਣਾ ਇਸਤੇਮਾਲ ਕਰਨਾ ਚਾਹੀਦਾ, ਪਰ ਤੱਥਾਂ ਨੂੰ ਘੱਟੋ ਘੱਟ ਨਹੀਂ ਵਿਗਾੜਨਾ ਚਾਹੀਦਾ। ਚਲਦੇ ਚਲਦੇ ਵਿੱਚ ਤਾਮਿਲਨਾਡੂ ਦੀ ਗੱਲ ਆ ਗਈ ਸੀ ਤੇ ਤਾਮਿਲਨਾਡੂ ਦੇ ਵਿੱਚ ਤੇ ਸ਼ਸ਼ੀ ਕਲਾ, ਚਲੋ ਸੱਚਮੁੱਚ ਉਹਨਾਂ ਦੇ ਨਾਂ ਤੇ ਵੋਟ ਨਹੀਂ ਮਿਲੀ। ਦੁਨੀਆ ਦੇ ਵਿੱਚ ਤਾਂ ਕਈ ਵਾਰ ਏਦਾਂ ਵੀ ਵਾਪਰ ਜਾਂਦਾ ਕਿ ਜਿਨ੍ਹਾਂ ਦੇ ਨਾਂ ਤੇ ਵੋਟ ਪੈਂਦੀ ਆ ਉਹਨਾਂ ਦਾ ਵੀ ਵਿਰੋਧ ਹੋ ਜਾਂਦਾ। ਤੁਹਾਡੇ ਗੁਆਂਢ ਜੇ ਤੁਸੀਂ ਕੈਨੇਡਾ 'ਚ ਬੈਠ ਕੇ ਗੱਲ ਕਰੋ, ਜਿਵੇਂ ਮੈਂ ਕਿਹਾ ਕਿ ਅਸੀਂ ਉੱਤਰੀ ਭਾਰਤ 'ਚ ਬਹਿ ਕੇ ਸਾਰੇ ਦੇਸ਼ ਨੂੰ ਦੇਖਦੇ ਹਾਂ, ਜੇ ਤੁਸੀਂ ਕੈਨੇਡਾ 'ਚ ਬਹਿ ਕੇ ਗੱਲ ਕਰੋ ਤਾਂ ਤੁਹਾਡੇ ਗੁਆਂਢ ਅਮਰੀਕਾ ਦੇ ਵਿੱਚ ਵੋਟਾਂ ਨਾਲ ਜਿੱਤੇ ਹੋਏ ਟਰੰਪ ਦੇ ਵਿਰੁੱਧ ਵੀ ਆਵਾਜ਼ਾਂ ਉੱਠ ਗਈਆਂ ਕਿ ਜਿਵੇਂ ਉਹਨਾਂ ਨੂੰ ਅਸੀਂ ਰਾਸ਼ਟਰਪਤੀ ਹੀ ਨਹੀਂ ਬਣਨ ਦਿਆਂਗੇ। ਫਾਈਨਲੀ ਉਹ ਬਣ ਗਏ, ਜਿਸ ਤਰ੍ਹਾਂ ਉਹ ਬਣ ਗਏ ਸ਼ਸ਼ੀ ਕਲਾ ਨੂੰ ਵੀ ਹੌਲੀ ਹੌਲੀ ਪ੍ਰਵਾਨ ਕਰ ਲਿਆ ਜਾਵੇਗਾ। ਪਰ ਇਹਦੇ ਚੋਂ ਇੱਕੋ ਗੱਲ ਨਿਕਲ ਕੇ ਆਉਂਦੀ ਆ ਕਿ ਡੈਮੋਕ੍ਰੇਸੀ ਸਾਰੀ ਦੁਨੀਆ ਦੇ ਵਿੱਚ ਹੀ ਸਵਾਲਾਂ ਦੇ ਦਾਇਰੇ ਦੇ ਵਿੱਚ ਆ ਗਈ ਹੈ ਸਮੇਤ ਅਮਰੀਕਾ ਦੇ। ਔਰ ਇਹ ਇੱਕ ਸੱਚਾਈ ਹੈ ਕਿ ਡੈਮੋਕ੍ਰੇਸੀ ਜਿਹੜੀ ਪੂੰਜੀਵਾਦ ਨੇ ਪੈਦਾ ਕੀਤੀ ਸੀ, ਪੂੰਜੀਵਾਦ ਦੇ ਵਿੱਚ ਹੀ ਉਹਨੇ ਕੁਝ ਚੀਜ਼ਾਂ ਐਸੀਆਂ ਕਰ ਦਿੱਤੀਆਂ ਨੇ ਜਿਨ੍ਹਾਂ ਕਰਕੇ ਲੋਕਾਂ ਦਾ ਡੈਮੋਕ੍ਰੈਟਿਕ ਅਧਿਕਾਰਾਂ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਕਿਉਂਕਿ ਪੂੰਜੀਵਾਦ ਨੇ ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦੇ ਜਿਹੜੇ ਸੰਕਲਪ ਦਿੱਤੇ ਸੀ ਉਹ ਆਪਣੇ ਆਪ ਚੈਲੰਜ ਹੋ ਚੁੱਕੇ ਨੇ। ਸੁਤੰਤਰਤਾ ਸਾਮਰਾਜ ਦੀ ਸ਼ਕਲ ਦੇ ਵਿੱਚ ਚੈਲੰਜ ਹੋਈ, ਵੱਖ-ਵੱਖ ਰੇਖਾਂ ਨੇ ਰਾਜ ਬਣਾ ਲਏ, ਦੂਸਰਿਆਂ ਉੱਤੇ ਬਸਤੀਆਂ ਵਸਾ ਲਈਆਂ। ਸੁਤੰਤਰਤਾ ਆਪਣੇ ਆਪ ਇਹਦੇ ਨਾਲ ਹੀ ਕਹਿ ਲਓ ਬਾਹਰ ਚਲੇ ਜਾਂਦੀ ਆ ਔਰ ਪੂੰਜੀਵਾਦ ਨੇ ਬਰਾਬਰੀ ਦੀ ਗੱਲ ਕੀਤੀ ਪਰ ਅਮੀਰ ਅਮੀਰ ਤੇ ਗਰੀਬ ਗਰੀਬ ਹੁੰਦੇ ਗਏ। ਸਾਰੀ ਦੁਨੀਆ ਦਾ ਵਰਤਾਰਾ ਹੈ। ਇਸੇ ਤਰ੍ਹਾਂ ਭਾਈਚਾਰੇ ਦੀ ਗੱਲ, ਘੱਟੋ ਘੱਟ ਅਸੀਂ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਭਾਈਚਾਰੇ ਦੀ ਗੱਲ ਨੂੰ ਤਾਂ ਕਨਸੀਵ ਹੀ ਨਹੀਂ ਕਰ ਸਕਦੇ। ਸਾਡੇ ਦੇਸ਼ ਦੇ ਵਿੱਚ ਤਾਂ ਜਿਵੇਂ ਚੋਣਾਂ ਲੜੀਆਂ ਜਾਂਦੀਆਂ ਉਹਦਾ ਆਧਾਰ ਹੀ ਇਹ ਆ ਕਿ ਕਿਵੇਂ ਭਾਈਚਾਰੇ ਤੋੜ ਕੇ ਆਪਣੇ ਪੱਖ ਦੇ ਵਿੱਚ ਕੀਤੇ ਜਾ ਰਹੇ ਨੇ। ਯੂਪੀ ਦੇ ਵਿੱਚ ਜਿਹੜੀ ਕਤਾਰਬੰਦੀ ਤਲਾਕ ਦੇ ਨਾਂ ਦੇ ਉੱਤੇ, ਮੰਦਰ ਦੇ ਨਾਂ ਦੇ ਉੱਤੇ ਕੀਤੀ ਜਾ ਰਹੀ ਉਹ ਬਹੁਤ ਜ਼ਾਹਰ ਹੈ। ਆਖਰੀ ਗੱਲ ਮੈਂ ਅੱਧੇ ਮਿੰਟ ਦੇ ਵਿੱਚ ਇਹ ਕਹਿਣੀ ਚਾਹਾਂਗਾ ਕਿ ਬਿਲਕੁਲ 3 ਤਲਾਕ ਜਿਹੜਾ ਵਾ 3 ਤਲਾਕ ਦਾ ਮੁੱਦਾ ਇਹ ਕੁਰਾਨ ਬੇਸਡ ਬਿਲਕੁਲ ਵੀ ਨਹੀਂ ਹੈ। ਇਸ ਕਰਕੇ ਇਹਨੂੰ ਇਸਲਾਮ ਨਾਲ ਜੋੜਨਾ, ਚਾਹੇ ਮੁਸਲਮਾਨ ਜੋੜਨ ਤੇ ਚਾਹੇ ਹਿੰਦੂਤਵਵਾਦੀ ਲੋਕ ਜੋੜਨ, ਇਹ ਆਪਣੇ ਆਪ ਦੇ ਵਿੱਚ ਇੱਕ ਗਲਤ ਗੱਲ ਆ। ਇਹ ਬਿਲਕੁਲ ਉਦਾਂ ਦੀ ਹੀ ਗੱਲ ਆ ਕਿ ਤੁਸੀਂ ਗੁਰਮਤ ਦੇ ਆਧਾਰ ਦੇ ਉੱਤੇ ਉਹਨਾਂ ਗੱਲਾਂ ਨੂੰ ਸਿੱਖੀ ਦੇ ਨਾਲ ਜੋੜ ਦਿਓ ਜਿਹੜੀਆਂ ਸਾਖੀਆਂ ਰਾਹੀਂ ਪੈਦਾ ਹੋ ਗਈਆਂ ਨੇ ਜਾਂ ਦਸਮ ਗ੍ਰੰਥ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਉਭਾਰ ਦਿੰਦੇ ਆ। ਆਧਾਰ ਗ੍ਰੰਥ ਜੇ ਗੁਰੂ ਗ੍ਰੰਥ ਸਾਹਿਬ ਆ ਤੇ ਸਿੱਖੀ ਉਹੀ ਹੋਏਗੀ, ਜਿਹੜੀ ਗੁਰਮਤ ਉਹੀ ਹੋਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲਿਹਾਜ਼ ਨਾਲ ਤੈਅ ਹੁੰਦਾ ਹੋਏਗਾ। ਇਸੇ ਤਰ੍ਹਾਂ ਇਸਲਾਮ ਉਹੀ ਹੋਏਗਾ ਜਿਹੜਾ ਕੁਰਾਨ ਦੇ ਲਿਹਾਜ਼ ਨਾਲ ਤੈਅ ਹੁੰਦਾ। ਹਦੀਸ ਦੇ ਆਧਾਰ ਨਾਲ ਜਿਹੜੀਆਂ ਕੁਝ ਗੱਲਾਂ ਉਭਾਰ ਦਿੱਤੀਆਂ ਗਈਆਂ ਨੇ ਸਾਰੀ ਦੁਨੀਆ ਦੇ ਵਿੱਚ, ਮੇਰੇ ਮੁਤਾਬਕ ਉਹ ਇਸਲਾਮ ਨਹੀਂ ਆ। ਪਰ ਹਿੰਦੂਤਵਵਾਦੀ ਉਹਨੂੰ ਆਪਣੇ ਹੱਕ ਦੇ ਵਿੱਚ ਵਰਤਣਾ ਚਾਹੁੰਦੇ ਨੇ, ਮੁਸਲਮਾਨਾਂ ਨੂੰ
ਨਿਸ਼ਾਨਾ ਬਣਾਉਣ ਦੇ ਲਈ, ਔਰ ਮੁਸਲਮਾਨ ਉਹਨੂੰ ਆਪਣੇ ਹੱਕ ਦੇ ਵਿੱਚ ਵਰਤਣਾ ਚਾਹੁੰਦੇ ਨੇ, ਸੋ ਕਾਲਡ ਆਪਣੀ ਅਸੁਰੱਖਿਆ ਦੇ ਨਾਂ ਦੇ ਉੱਤੇ। ਇਹ ਦੋਨੋਂ ਹੀ ਚੀਜ਼ਾਂ ਗਲਤ ਨੇ। ਸਾਨੂੰ ਹਿਸਟੋਰੀਕਲ ਤੱਥਾਂ ਨੂੰ ਵੀ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਵਾ। ਜੇ ਅਸੀਂ ਉਹਨਾਂ ਨਾਲੋਂ ਤੋੜ ਕੇ ਗੱਲ ਕਰਾਂਗੇ ਤਾਂ ਅਸੀਂ ਧਰਮ ਬਾਰੇ ਗਲਤ ਜਾਣਕਾਰੀ ਵੀ ਦੇ ਰਹੇ ਹੋਵਾਂਗੇ, ਤੇ ਧਰਮ ਦੇ ਮਾਮਲੇ ਦੇ ਵਿੱਚ ਅਸੀਂ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੇ ਹੋਵਾਂਗੇ। ਧਰਮ ਨੂੰ ਮੰਨਣਾ ਨਾ ਮੰਨਣਾ ਮੇਰਾ ਅਧਿਕਾਰ ਹੋ ਸਕਦਾ, ਪਰ ਮੈਂ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਾਂ, ਇਹ ਮੇਰਾ ਬਿਲਕੁਲ ਵੀ ਅਧਿਕਾਰ ਨਹੀਂ ਬਣਦਾ। ਮੈਂ ਗੁਰਮਤ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਪਰਖਾਂ, ਨਾ ਕਿ ਦਸਮ ਗ੍ਰੰਥ ਜਾਂ ਕਿਸੇ ਸਾਖੀ ਦੇ ਆਧਾਰ ਦੇ ਉੱਤੇ। ਇਹ ਕੰਮ ਜਿਹੜੇ ਸਾਧ ਲਾਣੇ ਤੁਰੇ ਫਿਰਦੇ ਨੇ ਡੇਰਾਵਾਦੀ, ਇਹ ਕੰਮ ਉਹਨਾਂ ਦਾ ਵਾ, ਔਰ ਉਹ ਉਹੀ ਕੁਝ ਕਰ ਰਹੇ ਨੇ। ਸ਼ਾਇਦ ਇਸੇ ਕਰਕੇ ਪੰਜਾਬ ਦੇ ਵਿੱਚ ਡੇਰੇ ਬਣ ਰਹੇ ਨੇ। ਡੇਰੇ ਬਹੁਤੇ ਸਾਖੀਆਂ ਦੇ ਆਧਾਰ ਦੇ ਉੱਤੇ ਜਾਂ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਦੇ ਆਧਾਰ ਉੱਤੇ ਹੀ ਬਣਦੇ ਨੇ। ਗੁਰਮਤ ਦੇ ਆਧਾਰ ਉੱਤੇ ਤਾਂ ਡੇਰਾ ਸ਼ਾਇਦ ਬਣ ਨਾ ਸਕੇ। ਐਦਾਂ ਹੀ 3 ਤਲਾਕ ਵੀ ਹਦੀਸ ਦੇ ਆਧਾਰ ਦੇ ਉੱਤੇ ਬਣਦੇ ਨੇ, ਕੁਰਾਨ ਦੇ ਆਧਾਰ ਦੇ ਉੱਤੇ ਨਹੀਂ। ਮੁਸਲਮਾਨਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਸਹੀ ਹੋਣੀ ਚਾਹੀਦੀ ਆ। ਬਦਕਿਸਮਤੀ ਨਾਲ ਉਹਨਾਂ ਦੇ ਨੇਤਾ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਦੇਣਾ ਚਾਹੁੰਦੇ, ਜਿਵੇਂ ਪੰਜਾਬ ਦੇ ਨੇਤਾ ਸਿੱਖਾਂ ਨੂੰ ਵੀ ਸਹੀ ਜਾਣਕਾਰੀ ਨਹੀਂ ਦੇਣਾ ਚਾਹੁੰਦੇ, ਔਰ ਇਸੇ ਤਰ੍ਹਾਂ ਹੀ ਦੀ ਸਿਲਸਿਲਾ ਚੱਲੀ ਜਾ ਰਿਹਾ ਸਾਡੇ ਦੇਸ਼ ਦੇ ਵਿੱਚ। ਜੀ ਜੀ ਪਲੀਜ਼। ਦੇਖੋ, ਇਹ ਆਪਾਂ ਟ੍ਰਿਪਲ ਤਲਾਕ ਦੀ ਗੱਲ ਕੀਤੀ ਸੀ ਕਿ ਟ੍ਰਿਪਲ ਤਲਾਕ ਦਾ ਮੁੱਦਾ ਹੁਣ ਕਿਉਂ ਉਠਾਇਆ ਗਿਆ। ਵੈਸੇ ਟ੍ਰਿਪਲ ਤਲਾਕ ਦਾ ਮੁੱਦਾ ਹੁਣ ਨਹੀਂ ਉੱਠਿਆ, ਇਹ ਕੋਰਟ 'ਚ ਵੀ ਹੈਗਾ। ਇਹਦੇ ਤੇ ਬਹੁਤ ਦੇਰ ਤੋਂ ਬਹਿਸ ਜਿਹੜੀ ਹੈਗੀ ਉਹ ਚੱਲ ਰਹੀ ਹੈ। ਪਰ ਜੇ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਬੀਜੇਪੀ ਵੱਲੋਂ ਉਠਾਇਆ ਗਿਆ, ਉਹਦਾ ਬਿਲਕੁਲ ਰਾਜਨੀਤਿਕ ਮਹੱਤਵ ਹੈਗਾ ਹੈ। ਔਰ ਉਹ ਰਾਜਨੀਤਿਕ ਮਹੱਤਵ 2 ਪਹਿਲੂਆਂ ਤੋਂ ਹੈ। ਇੱਕ ਤਾਂ ਬਹੁਤ ਵੱਡਾ ਜਿਹੜੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਇਸਲਾਮਿਕ ਮੁਸਲਮਾਨ ਪਰਿਵਾਰਾਂ ਦੇ ਵਿੱਚ, ਉਹ ਸ਼ਾਇਦ ਇਹ ਤੋਂ ਬੜੀ ਜ਼ੋਰ ਸ਼ੋਰ ਦੇ ਨਾਲ ਆਵਾਜ਼ ਉਠਾਉਣਾ ਚਾਹੁੰਦੀਆਂ ਨੇ ਟ੍ਰਿਪਲ ਤਲਾਕ ਦੇ ਵਿਰੁੱਧ। ਇੱਕ ਤਾਂ ਉਹਨਾਂ ਦੀ ਹਮਦਰਦੀ ਜਿੱਤਣਾ ਬੀਜੇਪੀ ਦਾ ਆਧਾਰ ਹੋ ਸਕਦਾ ਹੈ। ਦੂਸਰਾ ਜਿਹੜਾ ਹੈਗਾ, ਕਿਉਂਕਿ ਮੁਸਲਮਾਨ ਵੋਟ ਜਿਹੜੀ ਕਾਂਗਰਸ ਜਾਂ ਐਸਪੀ ਨੂੰ ਮਿਲਦੀ ਰਹੀ ਹੈ, ਉਹਦੇ ਵਿੱਚ ਇੱਕ ਵੱਡੀ ਗੱਲ ਸੀ ਕਿ ਕਾਂਗਰਸ ਔਰ ਐਸਪੀ ਨੇ ਜਿਹੜੇ ਵੀ ਉਹਦੇ ਧਾਰਮਿਕ ਮੁਖੀ ਜੇ ਕਹਿ ਲਓ, ਚਾਹੇ ਉਹਨਾਂ ਨੂੰ ਮੌਲਾਣੇ ਕਹਿ ਲਓ ਜਾਂ ਉੱਥੇ ਇਸਲਾਮਿਕ ਸਿੱਖਿਆ ਦੇਣ ਦੇ ਵੱਡੇ ਵੱਡੇ ਅਦਾਰੇ ਵੀ ਹੈਗੇ ਨੇ, ਉਹਨਾਂ ਦੇ ਮੁਖੀ ਹੈਗੇ ਨੇ। ਸੋ ਸਾਰੇ ਹੀ ਜਿਹੜੇ ਹੈਗੇ ਨੇ, ਉਹਨਾਂ ਦਾ ਵਰਚਸਵ ਨੂੰ ਢਾਹ ਲਾ ਕੇ ਉਹਨਾਂ ਦੇ ਪੈਰਲ ਯੰਗ ਜਿਹੜਾ ਮੁਸਲਿਮ ਜਿਹੜਾ ਸਮਾਜ ਹੈ, ਉਹਦੇ ਵਿੱਚ ਆਪਣੀ ਪੈਂਠ ਬਣਾਉਣੀ ਆ। ਇਹ ਉਹਦੇ ਵਾਂਗੂ ਹੀ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਡੇਰਾਵਾਦ ਹੈ, ਉੱਥੇ ਡੇਰੇਵਾਦ ਵਾਂਗੂ ਹੀ ਇਹ ਜਿਹੜੇ ਇੰਸਟੀਟਿਊਸ਼ਨ ਨੇ ਇਸਲਾਮਿਕ ਸਿੱਖਿਆ ਦੇਣ ਵਾਲੇ, ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ। ਉਹ ਸਾਰੇ ਹੀ ਤਕਰੀਬਨ ਟ੍ਰਿਪਲ ਤਲਾਕ ਦੇ ਹੱਕ 'ਚ ਨੇ। ਇਸ ਕਰਕੇ ਯੰਗ ਜਿਹੜੀ ਪਾਪੂਲੇਸ਼ਨ ਹੈ, ਉਹਦੇ ਤੱਕ ਪਹੁੰਚਣਾ ਵਾਸਤੇ ਬੀਜੇਪੀ ਜਿਹੜੀ ਹੈਗੀ ਬਹੁਤ ਕੋਸ਼ਿਸ਼ ਕਰ ਰਹੀ ਹੈ। ਮੈਂ ਪਹਿਲਾਂ ਵੀ ਕਿਹਾ ਸੀ, ਉਹ ਇਹ ਜਿਹੜਾ ਕਾਂਗਰਸ ਪਾਰਟੀ ਔਰ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਮਾਜਵਾਦ ਪਾਰਟੀ ਨੇ ਵੀ ਉਸ ਚੀਜ਼ ਦਾ ਫਾਇਦਾ ਉਠਾਇਆ ਕਿ ਇੰਡੀਅਨ ਮੁਸਲਿਮਸ ਨੂੰ ਮੁਸਲਿਮਸ ਦੇ ਤੌਰ ਤੇ ਜਿਉਣ ਦੀ ਜਿਹੜੀ ਹੈਗੀ ਉਹ ਜਾਚ ਸਿਖਾਈ ਹੈ, ਇੱਕ ਇੰਡੀਅਨ ਦੇ ਤੌਰ ਤੇ ਨਹੀਂ। ਕਿਉਂਕਿ ਬਤੌਰ ਮੁਸਲਿਮ ਦੇ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਕਿ ਉਹ ਜਿਹੜੇ ਜੇ ਚੀਜ਼ ਕੋਈ ਉਹਨਾਂ ਦੇ ਅਗੇਂਸਟ ਜਾਂਦੀ ਹੈ, ਉਹਨਾਂ ਦੇ ਧਾਰਮਿਕ ਜੋ ਸਥਾਪਿਤ, ਮੈਂ ਨਹੀਂ ਕਹਿੰਦਾ ਧਾਰਮਿਕ ਆਸਥਾ ਜਾਂ ਧਾਰਮਿਕ, ਜਿਸ ਦੀ ਸ਼ਬਦੀਸ਼ ਜੀ ਨੇ ਵੀ ਗੱਲ ਕੀਤੀ ਹੈ ਕਿ ਕੁਰਾਨ ਦੇ ਮੁਤਾਬਕ ਨਹੀਂ, ਹਦੀਸ ਤੇ ਹੋਰ ਜਿਹੜੇ ਉਹਨਾਂ ਨੇ ਪ੍ਰਚਲਿਤ ਕੀਤੇ ਨੇ ਆਪਣੇ ਧਾਰਮਿਕ ਰੂਲਸ ਕਹਿ ਲਓ ਜਾਂ ਕਾਨੂੰਨ ਕਹਿ ਲਓ, ਉਹਨਾਂ ਦੇ ਆਧਾਰ ਤੇ ਉਹ ਜਿਉਣ ਦੀ ਜਿਹੜੀ ਜਾਂਚ ਪਾਈ ਗਈ ਹੈ, ਉਹ ਚੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਕਿਉਂਕਿ ਜੇ ਉਹਨਾਂ ਚੋਂ ਕੱਢਣਗੇ ਤਦ ਹੀ ਬਤੌਰ ਇੰਡੀਅਨ ਦੇ ਬੀਜੇਪੀ ਆਸ ਕਰ ਸਕਦੀ ਹੈ ਕਿ ਮੁਸਲਿਮ ਜਿਹੜੇ ਹੈਗੇ ਉਹ ਸਾਡੇ ਨਾਲ ਜੁੜਨਗੇ। ਸੋ ਇਹ ਇੱਕ ਕਵੈਦ ਆ ਇਸ ਵਕਤ ਜਿਹੜੀ ਧਾਰਮਿਕ, ਕਿੰਨੀ ਕੁ ਠੀਕ ਹੈ ਕਿੰਨੀ ਕੁ ਗਲਤ ਹੈ, ਇਹ ਤਾਂ ਜਾਂ ਫਿਰ ਮੁਸਲਮਾਨ ਜਿਹੜਾ ਸਮਾਜ ਜਿਹੜਾ ਉਹਨੂੰ ਕਿਵੇਂ ਰਿਐਕਟ ਕਰਦਾ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੀ ਇਸ ਚੀਜ਼ ਦੀ ਜਿਹੜੀ ਹੈਗੀ ਆਊਟਕਮ ਤੈਅ ਕਰ ਸਕਣਗੀਆਂ। ਤੇ ਇੱਕ ਸ਼ਬਦੀਸ਼ ਜੀ ਜਿਹੜੇ ਮੈਨੂੰ ਦੱਸ ਰਹੇ ਸੀ, ਕੋਈ ਸੋਧ ਕਰਨ ਦੀ ਮੇਰੀਆਂ ਗੱਲਾਂ 'ਚ ਕਰ ਰਹੇ ਸੀ, ਮੇਰਾ ਭਾਵ ਇਹ ਨਹੀਂ ਕਿ ਮੰਦਰ ਮੁੱਦੇ ਦੇ ਰੱਥ ਯਾਤਰਾ ਦੇ ਨਾਲ ਹੀ ਇਹ ਵਿਚਾਰਧਾਰਾ ਬੀਜੇਪੀ 'ਚ ਉਪਜੀ ਹੈ। ਬੀਜੇਪੀ ਦੇ ਵਿੱਚ ਹਿੰਦੂ ਵੋਟ ਨੂੰ ਪੋਲਰਾਈਜੇਸ਼ਨ ਕਰਨ ਦੀ ਗੱਲ ਜਿਹੜੀ ਉਸ ਤੋਂ ਬਾਅਦ ਉਪਜੀ ਹੈ, ਔਰ ਉਹ ਬਿਲਕੁਲ ਜਿਹੜੀ ਹੈਗੀ ਇਤਿਹਾਸਕ ਤੌਰ ਤੇ ਵੀ ਸਹੀ ਹੈ। ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਬਿਲਕੁਲ ਸਾਰੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਇਸ ਤਰ੍ਹਾਂ ਸ਼ੋਅ ਕਰਤਾ ਕਿ
ਸਿੱਖ ਜਿਹੜੇ ਹੈਗੇ ਉਹ ਤੁਹਾਨੂੰ ਖਤਮ ਕਰ ਦੇਣਗੇ, ਜਾਂ ਮੈਂ ਇਹ ਲਫ਼ਜ਼ ਵਰਤ ਰਿਹਾ, ਭਾਵ ਉਹਨਾਂ ਦੀ ਇੱਕ ਭਾਵਨਾ ਪੈਦਾ ਕਰਤੀ ਕਿ ਸਿੱਖ ਜਿਹੜਾ ਹਿੰਦੂ ਸਮਾਜ ਦੇ ਵਿਰੋਧੀ ਦੇ ਵਿੱਚ ਇਹ ਬੜਾ ਖਤਰਾ ਹੋ ਸਕਦਾ ਹੈ, ਇਹਨਾਂ ਤੋਂ ਰੱਖਣ ਯੋਗ ਮੈਂ ਆ, ਤੇ ਉਹਨੇ ਉਸ ਚੀਜ਼ ਦਾ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਮਿਲਿਆ। ਉਸ ਦੇ ਵਿੱਚੋਂ ਸ਼ਾਇਦ ਮੇਰਾ ਆਪਣਾ ਵਿਚਾਰ, ਮੇਰਾ ਵਿਸ਼ਵਾਸ ਹੈ, ਦੂਜੇ ਦਾ ਵਿਸ਼ਵਾਸ ਹੋਵੇ ਨਾ, ਜ਼ਰੂਰ ਇਹ ਧਾਰਨਾ ਬੀਜੇਪੀ ਦੇ ਵਿੱਚ ਪੈਦਾ ਹੋਈ, ਜਿਹੜੀ ਨੇ ਇਹ ਸੋਚਿਆ ਕਿ ਸਾਨੂੰ ਇਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਵੋਟ ਜਿਹੜੀ ਹੈਗੀ ਹਿੰਦੂ ਸਮਾਜ ਦੀ ਵੋਟ ਜਿਹੜੀ ਹੈਗੀ ਉਹ ਆਪਣੇ ਹੱਕ 'ਚ ਪੋਲਰਾਈਜੇਸ਼ਨ ਕਰਨ ਚਾਹੀਦੀ ਆ। ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ, ਪਰ ਵਿਚਾਰਧਾਰਕ ਉੱਥੋਂ ਹੋਈ ਆ। ਸੋ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੇ ਮੈਂ ਕੋਈ ਇਹੋ ਜਿਹੀ ਵਿਆਖਿਆ ਦੇ ਰਿਹਾ ਸੀ ਕਿ ਕਿਹੜੀ ਘਟਨਾ ਕਿਹੜੇ ਪਾਸੇ ਵਾਪਰੀ ਆ। ਰਹੀ ਇਸ ਚੀਜ਼ ਦੀ ਗੱਲ ਮੰਦਿਰ ਦੇ ਮੁੱਦੇ ਦੀ, ਮੰਦਿਰ ਦੇ ਮੁੱਦੇ ਨੂੰ ਜਿੰਨਾ ਬੀਜੇਪੀ ਵਰਤ ਰਹੀ ਹੈ ਉਹਦੇ ਨਾਲੋਂ ਵੱਧ ਕਾਂਗਰਸ ਪਾਰਟੀ ਨੇ ਵਰਤਿਆ। ਉਹ ਇਹਨਾਂ ਦੇ ਸਮਝੌਤੇ ਤੋਂ ਉਲਟ ਨੇ, ਉਹ ਕਿਸੇ ਵੀ ਸਾਰਥਕ ਫੈਸਲੇ ਤੋਂ ਉਲਟ ਨੇ, ਕਿਉਂਕਿ ਜੇ ਉੱਥੇ ਇਹ ਫੈਸਲਾ ਹੋ ਜਾਂਦਾ ਤਾਂ ਘੱਟੋ ਘੱਟ ਯੂਪੀ ਦੇ ਵਿੱਚ ਕਾਂਗਰਸ ਤੇ ਉਹਦੇ ਵਿੱਚ ਕੋਈ ਹਊਆ ਮੁਸਲਮਾਨਾਂ ਨੂੰ ਹਿੰਦੂਆਂ ਦਾ ਦਿਖਾਉਣ ਦਾ ਜਿਹੜਾ ਹੈਗਾ ਕੋਈ ਇਸ਼ੂ ਨਹੀਂ ਰਹਿ ਸਕਦਾ। ਔਰ ਪਿੱਛੇ ਜੇ ਇੱਕ ਵਾਰੀ ਸਮਝੌਤਾ ਹੁਣ ਵੀ ਲੱਗਿਆ ਸੀ, ਉਹਦੀ ਵਿਰੋਧਤਾ ਈਵਨ ਨੰਗੇ ਚਿੱਟੇ ਹੋ ਕੇ ਟੀਵੀ ਚੈਨਲਾਂ ਤੇ ਕਾਂਗਰਸ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਨੁਮਾਇੰਦਿਆਂ ਨੇ ਕੀਤੀ ਸੀ। ਤੇ ਉਸ ਤੋਂ ਪਤਾ ਲੱਗਦਾ ਕਿ ਇਹ ਮੁੱਦਾ ਜਿਹੜਾ ਹੈਗਾ ਹਿੰਦੂ ਔਰ ਸਿੱਖ ਮੁਸਲਮਾਨ ਸਾਰਿਆਂ ਦੀ ਇੱਕ ਸਟੇਜ ਤੇ ਜਿਹੜੀ ਭਾਈਚਾਰਕ ਸਾਂਝ ਹੈ, ਇਹਦੇ ਮੁਦਈ ਜਿਹੜੇ ਹੈਗੇ ਨੇ, ਇਹ ਕਾਂਗਰਸ ਤੇ ਸਮਾਜਵਾਦੀ ਪਾਰਟੀ ਵੀ ਨਹੀਂ ਹੈਗੇ, ਉਹ ਵੀ ਇਸ ਵਖਰੇਵੇਂ ਨੂੰ ਬੀਜੇਪੀ ਤੋਂ ਵਿਰੁੱਧ ਰਹਿਣ ਦੇ ਵਾਸਤੇ ਉਨੇ ਹੀ ਚਾਹਵਾਨ ਆ ਜਿੰਨੀ ਜਿਹੜੀ ਹੈ ਮੰਦਿਰ ਦੇ ਮੁੱਦੇ ਨੂੰ ਬੀਜੇਪੀ ਜਿਹੜੀ ਬਾਰ-ਬਾਰ ਉਠਾ ਕੇ ਆਪਣੇ ਹੱਕ ਦੇ ਵਿੱਚ ਭਾਵਨਾ ਲੋਕਾਂ ਦੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਜੀ ਥੈਂਕ ਯੂ ਅਜੀਤ ਜੀ, ਸਬਦੀਪ ਜੀ ਐਂਡ ਸੀਪੀ ਸਿੰਘ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਜਾਰੀ ਰੱਖੀਏ। ਯੂਪੀ ਦੀ ਇਲੈਕਸ਼ਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਉੱਤੇ ਸਾਡੀ ਨਿਗਾਹ ਬਣੀ ਰਹੂਗੀ। ਨਾਲ ਹੀ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਓਪੀਨੀਅਨ ਬੋਲ ਤੋਂ ਬਾਅਦ ਹੁਣ ਯੂਪੀ ਅਤੇ ਕੋਸ਼ਿਸ਼ ਕਰਾਂਗੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਜੋ ਇਲੈਕਸ਼ਨ ਹੋਣੀ ਹੈ ਉਹ 'ਚ ਵੋਟਰਸ ਜੋ ਨੇ, ਜੋ ਵੋਟ ਪਾ ਸਕਦੇ ਨੇ, ਉਹਨਾਂ ਦੇ ਵਿਚਾਰ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਕਿ ਉਹ ਕੀ ਸੋਚਦੇ ਆ। ਇਹਦੇ ਨਾਲ ਹੀ ਮੈਨੂੰ, ਅਜੀਤ ਜੀ ਨੂੰ, ਸਬਦੀਪ ਜੀ ਨੂੰ, ਸੀਪੀ ਸਿੰਘ ਜੀ ਨੂੰ ਦੋ ਇਜਾਜ਼ਤ। ਧੰਨਵਾਦ।